ਅੱਜ ਜਿਸ ਮਾਹੌਲ 'ਚ ਅਸੀਂ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ, ਇਹਦੇ ਵਿੱਚ ਕੁਦਰਤੀ ਆ ਥੋੜ੍ਹੀ ਜਿਹੀ ਅਸੀਂ ਠੇਸ ਨਾਲ, ਥੋੜ੍ਹੇ ਜਿਹੇ ਇਸ ਕਿਸਮ ਦੇ ਅਫਸੋਸ ਨਾਲ ਵੀ ਗੱਲ ਰੱਖ ਰਹੇ ਹਾਂ ਕਿ ਜੋ 26 ਜਨਵਰੀ ਨੂੰ ਇੱਕ ਨਵਾਂ ਇਤਿਹਾਸ ਦਾ ਚੈਪਟਰ ਰਚਣ ਜਾ ਰਿਹਾ ਸੀ, ਉਹਦੇ ਤੋਂ ਅਸੀਂ ਕਿਤੇ ਥੋੜ੍ਹੇ ਭੜਕ ਗਏ। ਅਸੀਂ ਉਸ ਨੂੰ ਉਸ ਰੂਪ 'ਚ ਨਹੀਂ ਕਰ ਪਾਏ ਜੋ ਸਾਨੂੰ ਉਮੀਦਾਂ ਸੀ ਅਤੇ ਜੋ ਸਾਰੇ ਲੋਕਾਂ ਨੂੰ ਦੇਸ਼ ਅਤੇ ਵਿਦੇਸ਼ਾਂ ਵਿੱਚ ਉਸ ਮਾਰਚ ਤੋਂ ਉਮੀਦਾਂ ਸੀ। ਇਹ ਗੱਲ ਬਿਲਕੁਲ ਠੀਕ ਹੈਗੀ ਹੈ ਕਿ ਜੋ ਉੱਥੇ ਬੇਗਮਪੁਰਾ ਰੂਪੀ ਸ਼ਹਿਰ ਟਿਕਰੀ ਬਾਰਡਰ 'ਤੇ ਸਿੰਘੂ ਬਾਰਡਰ 'ਤੇ ਖਾਸ ਕਰਕੇ ਵਸਾਏ ਗਏ ਔਰ ਜਿਹਦੇ ਵਿੱਚ ਕਿਸਾਨ ਯੂਨੀਵਰਸਿਟੀਆਂ ਖੋਲ੍ਹੀਆਂ ਗਈਆਂ, ਜਿਹਦੇ ਤੋਂ ਇਹਨਾਂ ਲੋਕਾਂ ਨੇ, ਸਾਡੇ ਖਾਸ ਕਰ ਨੌਜਵਾਨਾਂ ਨੇ ਇੱਕ ਡਿਸਿਪਲਨ, ਇੱਕ ਸਹਿਚਾਰ, ਇੱਕ ਸਾਰਾ ਕੁਝ ਸਿੱਖਿਆ। ਉਹ ਆਉਣ ਵਾਲੇ ਸਮੇਂ 'ਚ ਸਾਡੇ ਕੋਈ ਜੀਵਨ 'ਚੋਂ ਜਾ ਨਹੀਂ ਰਿਹਾ, ਉਹ ਬਿਲਕੁਲ ਸਾਡੇ ਨਾਲ ਰਹੂਗਾ। ਉਹਦੀ ਜਿਹੜੀ ਦਿਸ਼ਾ ਜੋ ਅਸੀਂ ਆਪਣੇ ਜ਼ਿਹਨ 'ਚ, ਜੋ ਆਤਮਾ 'ਚ, ਜੋ ਆਪਣੇ ਖੂਨ 'ਚ ਉਤਰਿਆ ਆ, ਉਹਦੇ ਅਸਰ ਬਹੁਤ ਦੂਰ ਤੱਕ ਰਹਿਣਗੇ। ਪਰ ਜਿੱਥੋਂ ਤੱਕ ਮੰਗਾਂ ਦਾ ਸਵਾਲ ਹੈ, ਜਿਸ ਕਰਕੇ ਸਾਰਾ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਉਸ ਨੂੰ ਵੀ ਮੈਂ ਇਹ ਸਮਝਦਾ ਕਿ ਕੱਲ੍ਹ ਵਾਲਾ ਜਿਹੜਾ ਘਟਨਾ ਆ ਕਿ ਉਸ ਨੂੰ ਇੱਕ ਸਮੁਦਾਇ ਦਾ ਪੇਸ਼ ਕਰਨ ਦੀ ਕੋਸ਼ਿਸ਼ ਕਰਨਾ ਔਰ ਉਸ ਜਗ੍ਹਾ 'ਤੇ ਇੰਝ ਜਾਣਾ ਜਿਵੇਂ ਕਿ ਜਿਹਦੀ ਕੋਈ ਲੋੜ ਨਹੀਂ ਸੀ, ਬੇਲੋੜਾ ਸੀ। ਉਹ ਕਿਸਾਨ ਲੀਡਰਾਂ ਨੇ ਉਹਦੀ ਭਰਸਨਾ ਵੀ ਪੂਰੀ ਤਰ੍ਹਾਂ ਕਰ ਦਿੱਤੀ ਆ, ਉਹਨੂੰ ਪਿੰਨ ਪੁਆਇੰਟ ਕਰਕੇ ਵੀ ਕਹਿ ਦਿੱਤਾ ਆ। ਇਹ ਮੇਰਾ ਖਿਆਲ ਹੈ ਕਿ ਚਾਹੀਦਾ ਇਹੀ ਹੈ ਸਾਨੂੰ ਕਿ ਜਿਵੇਂ ਇੱਥੇ ਪਹਿਲਾਂ ਭਾਵਨਾ ਸਾਰੀ ਹੈਗੀ ਹੈ ਕਿ ਭਾਵੇਂ ਇਹ ਪੰਜਾਬ ਤੋਂ ਸ਼ੁਰੂ ਹੋਇਆ ਸਾਰਾ ਕੁਝ ਔਰ ਇਹਦੇ ਵਿੱਚ ਸਿੱਖ ਫਲਸਫਾ, ਸਿੱਖ ਸੋਚ ਔਰ ਸਿੱਖ ਸਮੁਦਾਇ ਦੀ ਬਹੁਤ ਵੱਡੀ ਸ਼ਮੂਲੀਅਤ ਹੈਗੀ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਪਰ ਉਦੋਂ ਬਾਅਦ ਇਹ ਸਾਨੂੰ ਇੱਕ ਮੌਕਾ ਸੀਗਾ, ਬਹੁਤ ਵੱਡਾ ਮੌਕਾ ਸੀ ਕਿ ਜਿਸ ਤਰੀਕੇ ਨਾਲ ਅਸੀਂ ਉੱਥੇ ਵਿਚਰੇ ਹਾਂ, ਉੱਥੇ ਸੜਕਾਂ ਦੇ ਉੱਤੇ ਰੌਣਕਾਂ ਲਾਈਆਂ ਔਰ ਜਿਸ ਕਿਸਮ ਨਾਲ ਅਸੀਂ ਸਾਰੀ ਦੁਨੀਆ ਨੂੰ ਇੱਕ ਨਵੀਂ ਕਿਆ ਇਮਾਨਦਾਰੀ ਦੇ ਨਾਲ ਇੱਕ ਕਿੰਨਾ ਵੱਡਾ ਅਸੀਂ ਸਮਾਜ ਨੂੰ ਇੱਕ ਅਲੱਗ ਰੂਪ ਨਾਲ ਦੇ ਸਕਦੇ ਹਾਂ, ਜਿੱਥੇ ਹਰ ਕੋਈ ਦੇ ਕੇ ਖੁਸ਼ ਹੁੰਦਾ, ਲੈ ਕੇ ਨਹੀਂ। ਸੇਵਾ ਦਾ ਭਾਵ, ਹਰ ਕਿਸਮ ਦਾ ਲੰਗਰ। ਇਹ ਮੈਸੇਜ ਨੂੰ ਅਸੀਂ ਜਦੋਂ ਪੂਰੇ ਹਰ ਬਰਾਦਰੀ 'ਚ, ਹਰ ਜਾਤ 'ਚ, ਹਰ ਧਰਮ 'ਚ, ਪੂਰੇ ਦੇਸ਼ ਦੇ ਵਿੱਚ ਵੱਡੇ ਪੱਧਰ 'ਤੇ ਪਹੁੰਚਾਉਣਾ ਸੀ। ਇਹ ਛੋਟੇ ਐਪੀਸੋਡ ਨੇ ਜਿਹੜਾ ਲਾਲ ਕਿਲ੍ਹੇ 'ਤੇ ਜਾ ਕੇ ਉੱਥੇ ਸਿੱਖ ਸਮੁਦਾਇ ਵਾਲਾ ਝੰਡੇ ਨੂੰ ਲਹਿਰਾਉਣਾ, ਭਾਵੇਂ ਕਿ ਉੱਥੇ ਤਿਰੰਗੇ ਵੀ ਹੈਗੇ ਸੀਗੇ, ਕੋਈ ਇਹੋ ਜਿਹੀ ਕੋਈ ਕਿਸੇ ਦੀ ਬੇਇੱਜ਼ਤੀ ਨਹੀਂ ਕੀਤੀ, ਭਾਵੇਂ ਕਿ ਉੱਥੇ ਕਿਸਾਨਾਂ ਦਾ ਝੰਡਾ ਵੀ ਸੀਗਾ, ਪਰ ਉਹਦੇ ਉੱਤੇ ਬਾਵਜੂਦ ਵੀ ਇਸ ਨੂੰ ਇਸ ਤਰੀਕੇ ਨਾਲ ਬਣਾ ਦਿੱਤਾ ਗਿਆ ਕਿ ਜਿਵੇਂ ਕਿਸੇ ਨੇ ਕੋਈ ਉਹਦਾ ਰੂਪ ਜਿਹੜਾ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਜਿਵੇਂ ਕਿ ਇਹ ਸਿੱਖੀ ਦਾ ਹੋਏ, ਉਹਦੇ 'ਤੇ ਠੱਪਾ ਲਾਉਣ ਦੀ ਕੋਸ਼ਿਸ਼ ਕੀਤੀ। ਬੜੀ ਅਫਸੋਸ ਵਾਲੀ ਗੱਲ ਹੈ। ਪਰ ਇਹ ਵੀ ਇੱਕ ਸਾਫ਼ ਗੱਲ ਹੈਗੀ ਹੈ ਕਿ ਇਸ ਸਾਰੇ ਕੁਛ ਦੇ ਵਿੱਚ ਸਰਕਾਰ ਵੱਲੋਂ ਅਤੇ ਪੁਲਿਸ ਦੀ ਮਦਦ ਦੇ ਨਾਲ ਇਹ ਬੜੇ ਡਿਜ਼ਾਈਨਡ ਢੰਗ ਦੇ ਨਾਲ ਸਾਰਾ ਕੁਝ ਕੀਤਾ ਗਿਆ। ਜਿਸ ਤਰੀਕੇ ਨਾਲ ਗੇਟ ਦੇ ਅੰਦਰ ਲੋਕ ਗਏ, ਜਿਸ ਕਿਸਮ ਨਾਲ ਰਾਜੇਵਾਲ ਕਹਿ ਰਿਹਾ ਸੀ ਕਿ 1000 ਬੰਦਾ ਕਿਲ੍ਹੇ ਦੇ ਵਿੱਚ ਪਹਿਲਾਂ ਹੀ ਉੱਥੇ ਸੀਗਾ, ਉਹ ਸਾਰਾ ਕੁਝ ਉੱਥੇ ਦੇਖਣ ਨੂੰ ਮਿਲਿਆ। ਜਿਸ ਕਿਸਮ ਨਾਲ ਆਰਾਮ ਨਾਲ ਉੱਤੇ ਝੰਡੇ ਨੂੰ ਬਾਰ-ਬਾਰ ਚੜ੍ਹਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੀਗੀਆਂ ਔਰ ਪੁਲਿਸ ਜਿਹੜੀ ਇੱਕ ਇਉਂ ਲੱਗ ਰਹੀ ਸੀ, ਇਸ ਤਰੀਕੇ ਨਾਲ ਦੇਖ ਰਹੀ ਸੀ ਕਿ ਜਿਵੇਂ ਉਹਨਾਂ ਨੇ ਤਾਲੀ ਮਾਰਨੀ ਹੋਵੇ ਜਦੋਂ ਕੋਈ ਝੰਡਾ ਚੜ੍ਹੇ। ਇਹ ਕੋਈ ਕਿਸੇ ਨੂੰ ਰੋਕਿਆ ਨਹੀਂ ਅਤੇ ਜਿਉਂ ਹੀ ਝੰਡੇ ਉੱਥੇ ਚੜ੍ਹ ਜਾਂਦੇ ਆ ਅਤੇ ਉਦੋਂ ਉੱਥੇ ਪੁਲਿਸ ਉਹਨਾਂ ਨੂੰ ਬੜੇ ਪਿਆਰ ਨਾਲ ਹਟਾ ਰਹੀ ਹੈ। ਸਾਰਿਆਂ ਨੇ ਦੇਖਿਆ। ਇੱਥੋਂ ਸਾਫ਼ ਜ਼ਾਹਰ ਹੁੰਦਾ ਕਿ ਇਹਦੇ ਪਿੱਛੇ ਕੋਈ ਪੂਰੀ ਦੀ ਪੂਰੀ ਇੱਕ ਸਾਜ਼ਿਸ਼ ਜੇ ਨਹੀਂ ਹੈ ਤਾਂ ਪੂਰੀ ਸਕੀਮ ਸੀਗੀ ਜਿਸ ਨੂੰ ਇਹ ਨੇਪਰੇ ਚਾੜ੍ਹਿਆ ਗਿਆ। ਮੈਂ ਹੁਣੇ ਇੱਥੇ ਆਉਣ ਤੋਂ ਪਹਿਲਾਂ ਉੱਥੇ ਆਪਣੇ ਮਿੱਤਰਾਂ ਨੂੰ ਫੋਨ ਕਰਕੇ ਹਟਿਆ। ਉਹਨਾਂ ਨੇ ਕਿਹਾ ਕਿ ਟਰਾਲੀਆਂ 'ਚ ਘੋੜੇ ਭਰ ਲਿਆਂਦੇ ਜਾ ਰਹੇ ਆ। ਜਿਹੜਾ ਇੱਕ ਥੋੜ੍ਹਾ ਜਿਹਾ ਬਾਰਡਰ ਸੀਗਾ ਜਿਹਦੇ ਵਿੱਚ ਬਲੋਕਸ, ਵੱਡੇ ਬਲੋਕਸ ਪਏ ਆ ਸੀਮੈਂਟ ਦੇ, ਉਦੋਂ ਅਗਲੇ ਪਾਸੇ ਦਿੱਲੀ ਵੱਲ ਦੇ ਪਾਸੇ ਜਿਹੜਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਪੰਨੂ ਅਤੇ ਪੰਧੇਰ ਹੋਣਾ ਦਾ ਸਟੇਜ ਸੀਗੀ, ਉਹ ਮੈਨੂੰ ਕਹਿ ਰਹੇ ਸੀਗੇ ਕਿ ਉਹ 30% ਰਹਿ ਗਈ ਹੈ, ਬਾਕੀ 70% ਹਟਾ ਦਿੱਤੀ ਹੈ ਜਾਂ ਹਟ ਗਈ ਹੈ। ਤਾਂ ਹੋ ਸਕਦਾ ਕਿ ਉਸ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਜਾਊਗਾ ਕਿਉਂਕਿ ਉਹ ਕੱਲ੍ਹ ਉੱਥੇ ਲਾਲ ਕਿਲ੍ਹੇ ਦੇ ਉੱਤੇ
ਪ੍ਰੈਜ਼ੈਂਟ ਸੀਗੇ। ਇਸ ਕਰਕੇ ਮੈਨੂੰ ਐਂ ਲੱਗਦਾ ਕਿ ਇਸ ਦਾ ਜੋ ਤੁਰੰਤ ਸਾਨੂੰ ਇੱਕ ਕਿਸਮ ਦੀ ਜਵਾਬਦੇਹੀ ਬਣੀ ਆ, ਤੁਰੰਤ ਸਾਨੂੰ ਇਸ ਕਿਸਮ ਦਾ ਭਾਵਕ ਤੌਰ 'ਤੇ ਮੂਵਮੈਂਟ ਨੂੰ ਵੀ ਇਹ 'ਚ ਮੰਨਣ 'ਚ ਸਾਨੂੰ ਕੋਈ ਹਰਜ ਨਹੀਂ, ਨੁਕਸਾਨ ਹੋਇਆ ਆਪਾਂ ਨੂੰ, ਪਰ ਘਬਰਾਉਣ ਵਾਲੀ ਕੋਈ ਇਹੋ ਜਿਹੀ ਗੱਲ ਨਹੀਂ। ਉੱਥੇ ਜੋਸ਼ ਪੂਰਾ ਆ। ਮੈਂ ਦੋਹਾਂ ਹੀ ਮੋਰਚਿਆਂ 'ਤੇ ਗੱਲ ਕਰਕੇ ਇੱਥੇ ਤੁਹਾਡੇ 'ਚ ਬੈਠਾ। ਜੋ ਲੋਕ ਮੈਂਬਰ, ਜੋ ਔਰਗੇਨਾਈਜ਼ਡ ਸਾਰੇ ਉੱਥੇ ਟਰੈਕਟਰ ਟਰਾਲੀਆਂ ਲੈ ਕੇ ਬੈਠੇ ਆ, ਉਹਨਾਂ 'ਚ ਇੱਕ ਦੋ ਦਿਨ ਇਹਦੀ ਮਾਯੂਸੀ ਜ਼ਰੂਰ ਰਹੂਗੀ। ਉਦੋਂ ਬਾਅਦ ਫਿਰ ਇਹ ਉਸੇ ਤਰੀਕੇ ਨਾਲ ਹੀ ਸਟਰਗਲ ਅੱਗੇ ਵਧੂਗਾ। ਉੱਥੇ ਉਸੇ ਤਰੀਕੇ ਨਾਲ ਆਫਰ ਵੀ ਆ ਰਹੀ ਹੈ ਸਰਕਾਰ ਵੱਲੋਂ ਕਿ ਸਾਨੂੰ ਦੁਬਾਰਾ ਨਗੋਸ਼ੀਏਟ ਕਰਨ ਲਈ ਬੈਠਣਾ ਚਾਹੀਦਾ, ਟੇਬਲ ਟਾਕ ਕਰਨੀ ਚਾਹੀਦੀ ਹੈ। ਇਹ ਇੱਕ ਵੈਲਕਮ ਗੱਲ ਹੈਗੀ ਹੈ। ਪਰ ਨਾਲ ਹੀ ਇਹਦਾ ਇੱਕ ਗੱਲ ਜਿਹੜੀ ਬਿਲਕੁਲ ਇੱਥੇ ਸਾਡੇ ਸਾਰੇ ਵੀਰ ਹੋਰ ਵੀ ਕਹਿ ਰਹੇ, ਮੈਂ ਬਿਲਕੁਲ ਇਹ 'ਚ ਸ਼ਾਮਿਲ ਹੈਗਾ ਇਸ ਗੱਲ 'ਚ, ਕਿ ਸਾਨੂੰ ਇਸ ਨੂੰ ਕਿਸੇ ਇੱਕ ਫਿਰਕੇ ਦਾ ਜਾਂ ਕਿਸੇ ਇੱਕ ਸਟੇਟ ਦਾ ਜਾਂ ਕਿਸੇ ਵੀ ਇੱਕ ਸਮੁਦਾਇ ਦਾ ਇਸ ਨੂੰ ਸਟਰਗਲ ਨਹੀਂ ਸਮਝਣਾ ਚਾਹੀਦਾ। ਅਸਲ ਵਿੱਚ ਇਹ ਸਮੁੱਚੀ ਮਾਨਵਤਾ ਦਾ ਸਟਰਗਲ ਆ, ਕਿਉਂਕਿ ਜਿਹੜਾ ਅਟੈਕ ਕਰਨ ਵਾਲਾ ਉਹ ਸਾਫ਼ ਨਜ਼ਰ ਆ ਗਿਆ ਕਿ IMF ਜਿਸ ਕਿਸਮ ਦਾ ਅੰਕਲਨ ਕਰ ਰਿਹਾ, ਉਹਨੇ ਕਿਹਾ ਕਿ 11.5% ਜਿਹੜਾ 2021 ਦੇ ਵਿੱਚ ਤੁਹਾਡੀ GDP ਹੋਊਗੀ। ਇਹ ਕਿੱਥੋਂ ਆ ਰਿਹਾ, ਇਹ ਕਿਉਂ ਆ ਰਿਹਾ? ਕਿ ਜੋ ਤੁਸੀਂ ਪਾਲਸੀਆਂ ਅਡਾਪਟ ਕੀਤੀਆਂ, ਇਹ ਪਾਲਸੀਆਂ ਬਹੁਤ ਚੰਗੀਆਂ, ਇਹ 'ਤੇ ਹੋਰ ਅੱਗੇ ਵਧੋ, ਕਿਸਾਨਾਂ ਦੇ ਬਿਸਤਰੇ ਵਲੇਟ ਦਿਓ। ਇਸ ਕਿਸਮ ਦਾ ਜਿਹੜਾ ਸੋਚ ਆ ਰਹੀ ਹੈ। ਇਸੇ ਤਰੀਕੇ ਨਾਲ ਤੁਸੀਂ ਪਹਿਲਾਂ ਇੱਕ ਹੋਰ ਵੀ ਦੇਖ ਲਿਆ, ਜਿਹੜਾ ਆਇਆ ਸੀਗਾ IMF ਦਾ ਕਿ ਪਤਾ ਨਹੀਂ ਕਿਹੜੀ ਉਹਨਾਂ ਦਾ ਆਇਆ ਸੀਗਾ ਕਿ ਦੇਖੋ ਜੀ ਦੇਖੋ, ਇਹ ਤਾਂ ਬਿਲਕੁਲ ਹੀ ਕਾਨੂੰਨ ਜਿਹੜੇ ਆ ਉਹ ਠੀਕ ਹੈਗੇ ਆ। ਇਹ ਜਿਹੜੀਆਂ ਇੰਟਰਨੈਸ਼ਨਲ ਆਉਣ ਵਾਲੇ ਸਮੇਂ 'ਚ ਸਾਰਾ ਹੋਣਾ, ਮੈਨੂੰ ਇਹ ਲੱਗਦਾ ਆ ਕਿ ਜਿਹੜਾ ਇਸ ਮਾਹੌਲ 'ਚ ਅਸੀਂ ਅੱਜ ਇੱਥੇ ਬੈਠ ਕੇ ਗੱਲਬਾਤ ਜਿਹੜੀ ਕਰ ਰਹੇ ਹਾਂ, ਮੈਂ ਲੰਬੀ ਗੱਲ ਨਾ ਕਰਾਂ, ਇਸ ਨੂੰ ਇਹਦੇ ਤੋਂ ਸਮਝਣ ਦੀ ਲੋੜ ਆ। ਯੁੱਧ 'ਚ ਉਤਰੋਗੇ ਅਤੇ ਉਹਦੇ 'ਚ ਨੁਕਸਾਨ ਵੀ ਹੋਣਗੇ, ਪਰ ਇਹੋ ਜਿਹੇ ਜਦੋਂ ਐਡਾ ਵੱਡਾ ਵਿਸ਼ਾਲ ਜਨਤਕ ਯੁੱਧ ਹੋਵੇ ਜਿਹਦੇ 'ਚ ਪੂਰਾ ਇੰਨੇ ਲੋਕਾਂ ਦੇ ਭਾਵਨਾਵਾਂ ਅਤੇ ਰਿਸੋਰਸਿਸ ਅਤੇ ਮੈਨ ਪਾਵਰ 'ਤੇ ਸਾਰਾ ਕੁਝ ਜੁਟਿਆ ਹੋਵੇ, ਚਲਦੇ ਲੋਕਾਂ ਦੇ ਵਿੱਚ ਕਈ ਕਮੀਆਂ ਵੀ ਹੋਣਗੀਆਂ, ਕਈ ਗਲਤੀਆਂ ਵੀ ਹੋਣਗੀਆਂ, ਕਈ ਉਹਦੇ ਵਿੱਚ ਮਿਸ ਹੈਪਨਿੰਗ ਵੀ ਹੋਣਗੀਆਂ, ਪਰ ਇਹਦੇ ਤੋਂ ਕਿਤੇ ਵੀ ਮਾਸਾ ਵੀ ਭੋਰਾ ਵੀ ਨਿਰਾਸ਼ ਹੋਣ ਦੀ ਲੋੜ ਨਹੀਂ, ਸਿੱਖ ਕੇ ਅੱਗੇ ਵਧਣ ਦੀ ਲੋੜ ਆ। ਔਰ ਇਹੋ ਹੀ ਉੱਥੇ ਕੁਝ ਹੋ ਵੀ ਰਿਹਾ ਕਿ ਸਾਰੇ ਲੀਡਰ ਸਾਹਿਬਾਨ ਘਬਰਾਏ ਨਹੀਂ, ਥੋੜ੍ਹਾ ਅਫਸੋਸ ਜ਼ਰੂਰ ਹੁੰਦਾ, ਪਰ ਉਹ ਸਾਰੇ ਕੁਝ ਤੋਂ ਸਿੱਖ ਕੇ ਆਪਣੇ ਕਦਮ ਅੱਗੇ ਵਧਾ ਰਹੇ ਆ। ਬਹੁਤ ਬਹੁਤ ਧੰਨਵਾਦ। ਇਸ ਕਰਕੇ ਜਿਹੜਾ ਸਾਰਾ ਕੁਝ ਕਰਵਾਉਣ ਦੇ ਪਿੱਛੇ ਕੋਈ ਹੋਰ ਵੀ ਜਿਹੜੇ ਕੁਝ ਤੱਤ ਹੋਣਗੇ ਲੋਕ, ਪਰ ਖਾਸ ਕਰਕੇ ਸਰਕਾਰ ਨੇ ਇੱਕ ਸੰਨ ਵੀ ਲਾਈ ਇਸ ਕਿਸਮ। ਇਸੇ ਕਰਕੇ ਜਿਹੜਾ ਐਗਰੀਕਲਚਰ ਮਿਨਿਸਟਰ ਤੋਮਰ ਸੀ, ਉਹ ਪਹਿਲਾਂ ਹੀ ਕਹਿਣਾ ਸ਼ੁਰੂ ਕਰਤਾ ਸੀ ਹੁਣ 26 ਤਰੀਕ ਨੂੰ ਫੈਸਲਾ ਹੋ ਜਾਏਗਾ। ਇਹ ਜੇ ਸਾਰਾ ਹੈ, ਸਰਕਾਰਾਂ ਕਰਦੀਆਂ ਹੁੰਦੀਆਂ, ਪਰ ਇਸ ਲੈਵਲ 'ਤੇ ਨਹੀਂ ਕਰਦੀਆਂ ਵੀ ਉਹਨਾਂ ਨੂੰ ਲੋਕਾਂ ਦੀ ਡਿਮਾਂਡ ਨੂੰ ਪੁੱਠੇ ਪਾਸੇ ਲਿਜਾਣ ਲਈ, ਉਹਨਾਂ ਨੂੰ ਡਿਸਕ੍ਰੈਡਿਟ ਕਰਨ ਲਈ, ਡਿਫੇਮ ਕਰਨ ਲਈ ਇਸ ਕਿਸਮ ਦੇ ਤੌਰ ਤਰੀਕੇ 'ਤੇ ਇਹੋ ਜਿਹੇ ਜਾਲ ਲਾਏ ਜਾਣ। ਇਸ ਕਰਕੇ ਸਭ ਤੋਂ ਪਹਿਲਾਂ ਤਾਂ ਅਸੀਂ ਇਹਦੀ ਸਿੰਘ ਸਾਹਿਬ ਵੱਲੋਂ ਕਿ ਇਸ ਦਾ ਬਹੁਤ ਵੱਡੇ ਕੰਡੈਮ ਕਰਦੇ ਹਾਂ, ਜ਼ੋਰ ਨਾਲ ਨਿਖੇਧੀ ਕਰਦੇ ਹਾਂ। ਦੂਸਰੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜਾ ਹੁਣ ਸਰਕਾਰ ਨੇ ਸ਼ੁਰੂ ਕੀਤਾ ਉੱਥੇ ਸਾਰਾ ਕੁਝ ਪੰਚਾਇਤਾਂ ਤੋਂ ਲਿਖਵਾ ਕੇ ਅਤੇ ਜਿਹੜੇ ਟੋਲ ਪਲਾਜ਼ਾ 'ਤੇ ਬੈਠੇ ਲੋਕਾਂ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਹੈ, ਜਾਂ ਇੱਕ ਜਿਵੇਂ ਰਾਜਪੂਤਾਂ ਨੂੰ ਜਾਟਾਂ ਵਿਰੁੱਧ ਲੜਾ ਕੇ ਜਾਂ ਗੁੱਜਰਾਂ ਨੂੰ ਜਾਟਾਂ ਵਿਰੁੱਧ ਲੜਾ ਕੇ, ਇਸ ਕਿਸਮ ਦੇ ਜਿਹੜੀਆਂ ਚਾਲਾਂ, ਘਟੀਆ ਕਿਸਮ ਦੀਆਂ ਚਾਲਾਂ ਜਿਹੜੀਆਂ ਮੋਦੀ ਸਰਕਾਰ ਕਰ ਰਹੀ ਹੈ, ਅਸੀਂ ਉਹਦੀ ਵੀ ਬਹੁਤ ਨਿਖੇਧੀ ਕਰਦੇ ਹਾਂ। ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਅਤੇ ਇਸ ਕਰਕੇ ਦੂਸਰੀ ਗੱਲ ਇਹ ਵੀ ਜਿਹੜਾ ਫੋਰਸ ਦੀ ਵਰਤੋਂ ਕਰਨ ਲਈ ਜਿਹੜਾ ਮਾਹੌਲ ਤਿਆਰ ਕਰਵਾਇਆ 26 ਜਨਵਰੀ ਨੂੰ ਰਿਪਬਲਿਕ ਡੇ ਦਿਨ, ਉਹ ਆਪਣੇ ਆਪ ਵਿੱਚ ਬਿਲਕੁਲ ਲੱਗ ਰਿਹਾ ਸੀ ਵੀ ਇਹ ਜਿਹੜਾ ਤਿਆਰ ਕੀਤਾ ਜਾ ਰਿਹਾ, ਇਹਦੇ ਪਿੱਛੇ ਇੱਕ ਸਾਜ਼ਿਸ਼ ਹੈ। ਉਹ ਸਾਜ਼ਿਸ਼ ਦਾ ਜਿਹੜਾ ਇਸ ਕਿਸਮ ਦੀ ਸਾਜ਼ਿਸ਼ ਹੈ ਜਿਹਦੀ ਅਸੀਂ ਪੂਰੀ ਨਿਖੇਧੀ ਕਰਦੇ ਹਾਂ। ਅਤੇ ਬਾਕੀ ਅਸੀਂ ਅਪੀਲ ਵੀ ਕਰਦੇ ਹਾਂ, ਸਿੱਖ ਪਲੇਟਫਾਰਮ ਤੋਂ ਅਪੀਲ ਵੀ ਕਰਦੇ ਹਾਂ ਸਿੱਖਾਂ ਨੂੰ, ਜਿਹੜੇ ਕਈ ਖਾਸ ਕਿਸਮ ਦੇ ਸਾਡੇ ਕੋਈ ਬੇਸਮਝ ਕਿਸਮ ਦਾ ਸਿੱਖਾਂ ਦੇ ਉੱਤੇ ਸਿੱਖ ਖਾਸ ਕਰਕੇ ਜਿਹੜੇ ਆਪਣੇ ਆਪ ਨੂੰ ਸਿੱਖ ਸਫਾਂ ਦੇ ਪੂਰੇ ਰਾਖੇ ਸਮਝਦੇ ਆ, ਉਹਨਾਂ ਲਈ ਇਹ ਸਾਡੀ ਅਪੀਲ ਹੈ ਵੀ ਉਹ ਇਸ ਕਿਸਮ ਦਾ ਕਲੰਕ ਨਾ ਖੱਟਣ। ਕੱਲ੍ਹ ਨੂੰ ਵੀ ਉਹਨਾਂ ਉੱਤੇ ਆ ਜਾਵੇ ਵੀ ਤੁਸੀਂ ਕਿਸਾਨ ਅੰਦੋਲਨ, ਜਨ ਅੰਦੋਲਨ
ਜਨ ਅੰਦੋਲਨ ਤੋੜਨ ਵਿੱਚ ਸਰਕਾਰ ਦੇ ਸਹਾਈ ਹੋਏ, ਸਰਕਾਰ ਦੀ ਹੈਲਪ ਕੀਤੀ, ਸਰਕਾਰ ਨਾਲ ਟੇਢੇ ਸਿੱਧੇ ਤਰੀਕੇ ਨਾਲ ਤੁਸੀਂ ਇਸ ਕਿਸਮ ਦੀ ਉਹਦੀ ਹੈਲਪ ਕੀਤੀ। ਇਸ ਕਿਸਮ ਦੇ ਕਲੰਕ ਤੋਂ ਸਿੱਖਾਂ ਨੂੰ ਬਚਣਾ ਚਾਹੀਦਾ। ਜੇ ਆਪਣੇ ਆਪ ਨੂੰ ਜਿਹੜਾ ਵੀ ਸਿੱਖ ਸਮਝਦਾ ਉਸ ਨੂੰ ਜਿਹੜੀ ਖਾਸ ਕਰਕੇ ਜਿਹੜੀ ਪੀਜੈਂਟਰੀ ਦੀ ਸਿੱਖ ਪੀਜੈਂਟਰੀ ਦੀ ਲੜਾਈ ਹੈ ਪੰਜਾਬ ਦੇ ਵਿੱਚ ਤੇ ਬਾਹਰ ਵੀ, ਜਿਹੜੀ ਭਾਵੇਂ ਸਿੱਖ ਨੌਨ ਸਿੱਖ ਪੀਜੈਂਟਰੀ ਹੈ, ਪੀਜੈਂਟਰੀ ਦੀ ਲੜਾਈ ਵਿੱਚ ਸਿੱਖੀ ਦਾ ਪਹਿਲਾ ਫਰਜ਼ ਬਣਦਾ, ਸਿੱਖ ਹੋਣ ਦਾ ਵੀ ਪਹਿਲਾ ਫਰਜ਼ ਬਣਦਾ ਵੀ ਇਸ ਕਿਸਮ ਦੇ ਗਰੀਬ ਦਲੜੇ ਹੋਏ ਲੋਕਾਂ ਦੀ ਔਰ ਕੁਚਲੇ ਹੋਏ ਲੋਕਾਂ ਦੀ ਇਸ ਕਿਸਮ ਦੀ ਕਿਸਾਨੀ ਦੀ ਜਿਹੜੀ ਮਦਦ ਕਰਨੀ ਹੈ, ਉਹਦੇ ਵਿੱਚ ਮਦਦ ਦਾ ਅਸੀਂ ਹਿੱਸਾ ਪਾ ਸਕੀਏ, ਜਿੰਨਾ ਪਾ ਸਕੀਏ। ਉਸ ਨੂੰ ਤੋੜਨ ਵਿੱਚ ਸਰਕਾਰ ਨਾਲ ਸਹਾਈ ਨਹੀਂ ਹੋਣਾ ਚਾਹੀਦਾ ਕਿਸੇ ਵੀ ਲੈਵਲ ਤੇ ਇਹੀ ਅਸੀਂ ਅੱਜ ਕਹਿਣਾ ਚਾਹੁੰਦੇ ਹਾਂ। ਬਾਕੀ ਸਰਕਾਰ ਨੇ ਜਿਹੜਾ ਤਸ਼ੱਦਦ ਸ਼ੁਰੂ ਕਰ ਦਿੱਤਾ, ਉਹਦੀ ਅਸੀਂ ਨਿਖੇਧੀ ਕਰਦੇ ਹਾਂ। ਨਾਲੇ ਅਸੀਂ ਇਹ ਕਹਿੰਦੇ ਹਾਂ ਵੀ ਪੰਜਾਬੀਆਂ ਨੂੰ, ਸਿੱਖਾਂ ਨੂੰ ਖਾਸ ਕਰਕੇ ਵੀ ਆਹ ਹੁਣ ਟ੍ਰਾਇਲ ਦੀ ਘੜੀ ਹੈ, ਟੈਸਟ ਦਾ ਮੌਕਾ ਹੈ। ਇਸ ਟੈਸਟ ਦੇ ਮੌਕੇ ਵਿੱਚ ਤੁਸੀਂ ਤਕੜੇ ਹੋ ਕੇ ਕਿਸਾਨੀ ਦਾ ਹੀ ਸਾਥ ਦੇਣਾ, ਮੂਵਮੈਂਟ ਦਾ ਸਾਥ ਦੇਣਾ, ਅੰਦੋਲਨ ਦਾ ਸਾਥ ਦੇਣਾ। ਤੇ ਹੁਣ ਤੁਸੀਂ ਗਲਤ ਅਫਵਾਹਾਂ ਦੇ ਚੱਕਰ 'ਚ ਨਹੀਂ ਪੈਣਾ। ਬੜੀਆਂ ਅਫਵਾਹਾਂ ਫੈਲਾਉਣਗੇ ਤੇ ਫੈਲਾਈਆਂ ਜਾ ਰਹੀਆਂ, ਉਹ ਅਫਵਾਹਾਂ ਕਰਕੇ ਹੀ ਇਹ 26 ਦਾ ਜਿਹੜਾ ਸਾਰਾ ਮਾਹੌਲ ਖੜਾ ਕੀਤਾ ਸੀ। ਇਸ ਕਰਕੇ ਉਹਨਾਂ ਤੋਂ ਵੀ ਬਚਣਾ। ਤੇ ਮੈਂ ਹੁਣ ਡਾਕਟਰ ਪਿਆਰੇ ਲਾਲ ਗਰਗ ਹੋਰਾਂ ਨੂੰ ਕਹਾਂਗਾ ਵੀ ਉਹ ਆਪਣੇ ਵਿਚਾਰ। ਇੱਕ ਗੁਰੂ ਗ੍ਰੰਥ ਸਾਹਿਬ 'ਚ ਹੈ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਸਗਾ। ਜਿਹੜਾ ਜਾਲ ਸਰਕਾਰ ਨੇ ਸੁੱਟਿਆ ਹੋਇਆ ਸੀ, ਉਹਦੇ 'ਚ ਕਿਤੇ ਨਾ ਕਿਤੇ ਅਸੀਂ ਆਪਦੀ ਇਮਾਨਦਾਰੀ 'ਚੋਂ, ਆਪਦੀ ਸਿਆਣਪ 'ਚੋਂ ਅਸੀਂ ਉਹ 'ਚ ਕਿਸੇ ਤਰ੍ਹਾਂ ਵੀ ਸਾਨੂੰ ਮੀਟਿੰਗਾਂ 'ਚ ਲਾਈ ਰੱਖੋ, ਪੁਲਿਸ ਨਾਲ ਲਾਈ ਰੱਖੋ, ਰਸਤੇ ਦੇ ਉਹ ਕਰੀ ਜਾਓ, ਸਰਕਾਰ ਦੇ ਅੰਦਰ ਬੇਈਮਾਨੀ ਸੀ। ਇਹ ਪਹਿਲਾਂ ਵੀ ਹੋਇਆ, ਇਹ ਹੁਣ ਵੀ ਹੋਇਆ, ਸਰਕਾਰਾਂ ਕਰਦੀਆਂ ਨੇ। ਉਹ ਸਰਕਾਰ ਨੇ ਜਿਹੜੀ ਬੇਈਮਾਨੀ ਸਾਹਮਣੇ, ਮੈਂ ਕਿਉਂ ਕਹਿਣਾ, ਜ਼ਿੰਮੇਵਾਰੀ ਨਾਲ ਕਹਿਣਾ ਕਿ ਅਮਿਤ ਸ਼ਾਹ ਜੀ ਜਿਹੜੇ ਨੇ ਹੋਮ ਮਿਨਿਸਟਰ, ਗ੍ਰਹਿ ਮੰਤਰੀ ਜਿਹੜੇ ਨੇ, ਉਹਨਾਂ ਦਾ ਕੰਮ ਹੈ, ਪੁਲਿਸ ਉਹਨਾਂ ਦੇ ਅੰਡਰ ਹੈ। ਲਾਲ ਕਿਲ੍ਹੇ ਦੀ 26 ਜਨਵਰੀ ਨੂੰ ਸਭ ਤੋਂ ਜ਼ਿਆਦਾ ਸੁਰੱਖਿਆ ਹੋਣੀ ਚਾਹੀਦੀ ਸੀ। ਉਹ ਸੁਰੱਖਿਆ ਨਹੀਂ ਕਰੀਗੀ, ਬਲਕਿ ਉਹਦਾ ਗੇਟ ਜਿਹੜਾ ਕਿ ਕਈ ਵਾਰ ਵਿਜ਼ਟਰਾਂ ਨੂੰ ਵੀ ਨਹੀਂ ਖੁੱਲ੍ਹਿਆ ਜਾਂਦਾ, ਜਿੱਥੇ ਅਮਨੀਸ਼ਨ ਪਿਆ, ਉਹ ਗੇਟ ਖੁੱਲ੍ਹਿਆ ਕਿਵੇਂ, ਇਹ ਤੋਂ ਇਹ ਪਤਾ ਲੱਗਦਾ। ਰਾਤ ਨੂੰ ਅਨਾਊਂਸ ਕਰਤਾ ਵੀ ਅਸੀਂ ਲਾਲ ਕਿਲ੍ਹੇ ਜਾਵਾਂਗੇ ਜਾਂ ਅਸੀਂ ਰਿੰਗ ਰੋਡ 'ਤੇ ਜਾਵਾਂਗੇ। ਉਹ ਰਿੰਗ ਰੋਡ ਦੇ ਉੱਤੇ ਜਾਣਾ ਅਲਾਓ ਕਿਵੇਂ ਕਰਿਆ ਗਿਆ? ਦੂਜੀ ਗੱਲ ਕੀ ਕਰੀ ਗਈ ਹੈ? ਦੂਜੀ ਗੱਲ, ਕਿਸਾਨ ਆਗੂਆਂ ਦੀ ਸਟੇਟਮੈਂਟ ਆ ਚੁੱਕੀ ਹੈ ਔਰ ਵੀਡੀਓ ਵੀ ਆ ਚੁੱਕੇ ਨੇ। ਇਹਨਾਂ ਨੇ ਜਿਹੜਾ ਪੁਲਿਸ ਨਾਲ ਜਥੇਬੰਦੀਆਂ ਦਾ ਫੈਸਲਾ ਸੀ, ਉਹ ਹੁਣ ਜਦ ਆਪਾਂ ਕਿਤੇ ਜਾਣਾ ਰਸਤੇ ਦਾ, ਇੱਥੇ ਚੰਡੀਗੜ੍ਹ 'ਚ ਲੋਕ ਰੁੱਟ ਜਾਂਦੇ ਨੇ ਇੰਨੀਆਂ ਚੌੜੀਆਂ ਸੜਕਾਂ 'ਤੇ, ਇਹਨਾਂ ਨੇ ਆਖਿਆ ਕਿ ਜਿਹੜਾ ਸਾਡਾ ਰਸਤਾ ਜਾਣਾ ਸਿਰਫ ਉਹ ਖੁੱਲ੍ਹਾ ਰੱਖਿਆ ਜਾਵੇ, ਸਾਈਡ ਦੇ ਰਸਤੇ ਬੰਦ ਕਰ ਦਿਓ ਤਾਂ ਕਿ ਕੋਈ ਭਟਕ ਨਾ ਜਾਵੇ। ਇਹਨਾਂ ਨੇ ਉਲਟ ਕਰਿਆ, ਜਿਹੜਾ ਜਾਣ ਵਾਲਾ ਰਸਤਾ ਉਹ ਬੰਦ ਕਰਤਾ ਅਤੇ ਜਿਹੜਾ ਦੂਜਾ ਉਹ ਖੋਲ੍ਹਤਾ। ਕੱਲ੍ਹ ਮੈਂ ਪੁਲਿਸ ਕਮਿਸ਼ਨਰ ਦਾ ਬਿਆਨ ਸੁਣਿਆ, ਹੁਣ ਉਦੋਂ ਪਹਿਲਾਂ ਮੈਂ ਉਹੀ ਬਿਆਨ ਕਿਸਾਨ ਜਥੇਬੰਦੀਆਂ ਦਾ ਸੁਣ ਚੁੱਕਿਆ ਸੀ। ਕਿਸਾਨ ਜਥੇਬੰਦੀਆਂ ਨੇ ਆਖਿਆ, ਰਾਜੇਵਾਲ ਸਾਹਿਬ ਨੇ, ਕਿ ਦਰਸ਼ਨਪਾਲ ਉੱਥੇ ਖੜੇ ਸੀ, ਡਾਕਟਰ ਦਰਸ਼ਨਪਾਲ, ਸਾਡੇ ਟਰੈਕਟਰਾਂ ਨੂੰ ਜਿੱਧਰ ਜਾਣਾ ਸੀ ਉੱਧਰ ਪੁਲਿਸ ਨੇ ਬੈਰੀਕੇਡ ਲਾ ਰੱਖੇ ਸੀ, ਦੂਜੇ ਪਾਸੇ ਨੂੰ ਮੋੜ ਰਹੀ ਸੀ, ਯਾਨੀ ਕਿ ਰਿੰਗ ਰੋਡ ਵੱਲ ਨੂੰ। ਉਹਨਾਂ ਨੂੰ ਬੁਲਾਇਆ ਰਾਜੇਵਾਲ ਸਾਹਿਬ ਨੂੰ, ਉੱਥੇ ਚਿੱਟ ਕੱਪੜਿਆਂ ਦੇ ਵਿੱਚ ਵੀ ਬੰਦੇ ਖੜੇ ਸੀ, ਉਹ ਪੁਲਿਸੀਏ ਸੀ, ਕੌਣ ਸੀ, ਕਿਸਾਨ ਦੇ ਰੂਪ 'ਚ ਖੜੇ ਸੀ, ਉਹ ਵੱਖਰੀ ਗੱਲ ਹੈ। ਉਹ ਰਾਜੇਵਾਲ ਸਾਹਿਬ ਦੀ ਬੇਇੱਜ਼ਤੀ ਕਰਨ ਲੱਗੇ। ਵਲੰਟੀਅਰਸ ਨੇ ਰਾਜੇਵਾਲ ਸਾਹਿਬ ਨੂੰ ਕਾਰ 'ਚ ਬਿਠਾਇਆ ਫੜ ਕੇ ਵੀ ਤੁਹਾਡੀ ਜੇ ਪੱਗ ਲੱਗੀ ਫਿਰ ਸਾਡਾ ਤਾਂ ਕੁਛ ਨਾ ਰਿਹਾ। ਹੁਣ ਜਿਹੜਾ ਰਸਤਾ ਪੁਲਿਸ ਨੇ ਦਿੱਤਾ ਹੈ, ਇਹ ਪੁਲਿਸ ਦੀ ਡਿਊਟੀ ਸੀ ਉਹਨੂੰ ਕਾਰਡਨ ਕਰਨਾ ਕਿ ਵੀ ਘੱਟੋ ਘੱਟ ਰਸਤੇ ਦਾ ਪਤਾ ਹੋਵੇ, ਸਿੱਧਾ ਟਰੈਕਟਰ ਉੱਧਰ ਜਾਵੇ। ਜੇ ਤੁਸੀਂ ਦੂਜੇ ਪਾਸੇ ਨੂੰ ਮੋੜਦੇ ਹੋ, ਇਹਦੀ ਜ਼ਿੰਮੇਵਾਰੀ ਕਿਹਦੀ ਹੈ? ਇਹਦੀ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਕਿਉਂ ਕਰ ਰਹੀ ਸੀ? ਮੈਂ ਫਿਰ ਇਸ ਗੱਲ ਨੂੰ ਕਹਿਣਾ, ਸਰਕਾਰ ਨੇ ਪਹਿਲਾਂ ਜਵਾਨੀ ਰਸਾਨੀ ਇਸ ਅੰਦੋਲਨ ਨੂੰ, ਜੋ ਸਾਰੇ ਸਾਡੇ ਵਕਤਾਵਾਂ ਨੇ ਕਿਹਾ, ਇਹਨੂੰ ਸਿੱਖ, ਇਹਨੂੰ ਐਕਸਟਰੀਮਿਸਟ, ਇਹਨੂੰ ਵੱਖਵਾਦੀ, ਇਹਨੂੰ ਨਕਸਲਾਈਟਾਂ ਦਾ, ਇਹਨੂੰ ਵਾਮਪੰਥੀਆਂ ਦਾ ਅਤੇ ਇਹਨੂੰ ਖਾਲਿਸਤਾਨੀਆਂ ਦਾ ਅੰਦੋਲਨ ਕਹਿਣ ਦੀ ਕੋਸ਼ਿਸ਼ ਕਰੀ। ਇਹ ਨਾ ਵੱਖਵਾਦੀ ਸੀ, ਨਾ ਖਾਲਿਸਤਾਨੀਆਂ ਦੇ ਸੀ, ਨਾ ਇਕੱਲੇ ਸਿੱਖਾਂ ਦਾ ਸੀ, ਨਾ ਇਹ ਇਕੱਲੇ ਪੰਜਾਬੀਆਂ ਦਾ ਸੀ। ਇਹ ਦੇਸ਼ ਭਰ ਦਾ ਅੰਦੋਲਨ ਸੀ ਔਰ ਦੇਸ਼ ਭਰ ਦੀ ਕਿਸਾਨੀ ਦਾ ਅੰਦੋਲਨ ਸੀ। ਕਿਸਾਨੀ ਦੇ ਨਾਲ ਮਜ਼ਦੂਰ ਆ ਗਿਆ, ਵਪਾਰੀ ਆ ਗਿਆ, ਹੋਰ ਵਰਗ ਆ ਗਿਆ। ਇਹ ਅੰਦੋਲਨ ਸੀ, ਜਨ ਅੰਦੋਲਨ ਬਣ ਗਿਆ। ਕਿਸਾਨੀ ਤੋਂ ਸ਼ੁਰੂ ਹੋ ਕੇ ਇਹ ਜਨ ਅੰਦੋਲਨ ਬਣ ਗਿਆ ਸੀ। ਉਹਨੂੰ ਉਹ ਪਹਿਲਾਂ ਪ੍ਰੂਵ ਨਹੀਂ ਕਰ ਸਕੀ। ਸੁਪਰੀਮ ਕੋਰਟ 'ਚ ਉਹਨੂੰ ਮੂੰਹ ਦੀ ਖਾਣੀ ਪਈ। ਸੁਪਰੀਮ ਕੋਰਟ ਕਹਿੰਦਾ ਤਾਂ ਸ਼ਾਂਤ ਪਈ ਬੈਠੇ ਨੇ। ਜਿਹੜੇ ਬੰਦੇ 2 ਮਹੀਨੇ ਉਰੇ ਸ਼ਾਂਤਮਈ ਰਹਿੰਦੇ ਨੇ, 2 ਮਹੀਨੇ ਉੱਥੇ ਸ਼ਾਂਤਮਈ ਰਹਿੰਦੇ ਨੇ, ਉਹ ਕਿਉਂ ਵੀ ਆਪਦਾ ਅੰਦੋਲਨ ਖਰਾਬ ਕਰਨਗੇ? ਹੁਣ ਆਪਾਂ ਇੱਕ ਗੱਲ ਸਮਝਣ ਦੀ ਲੋੜ ਹੈ ਕਿ 26 ਜਨਵਰੀ ਨੂੰ ਜੋ ਘਟਨਾਵਾਂ ਹੋਈਆਂ, ਮੈਂ ਉਹਨੂੰ ਐਜ਼ ਏ ਸਰਜਨ ਇਹ ਐਨਾਲਾਈਜ਼ ਕਰਦਾ ਹੁੰਦਾ ਵੀ ਇਹ ਕਿਹਦੇ ਬੈਨੀਫਿਟ 'ਚ ਨੇ। ਕੀ ਜਿਹੜਾ ਉੱਥੇ ਅਟੈਕ ਕਰਦਾ ਬੈਕਟੀਰੀਆ ਬੋਡੀ 'ਚ, ਉਹਦੇ ਬੈਨੀਫਿਟ 'ਚ ਦਵਾਈ ਦਿੱਤੀ ਜਾ ਰਹੀ ਹੈ, ਜੋ ਵੀ ਕਰਿਆ ਜਾ ਰਿਹਾ, ਜਾਂ ਮਰੀਜ਼ ਨੂੰ ਬਚਾਉਣ ਦੇ? ਇੱਥੇ ਜੇ ਅੰਦੋਲਨ 26 ਨੂੰ ਬਿਲਕੁਲ ਸ਼ਾਂਤਮਈ ਪਰੇਡ ਹੁੰਦੀ ਤਾਂ ਇਹਨਾਂ ਦੀ ਜਿਹੜੀ ਰਾਜਪਥ ਵਾਲੀ ਪਰੇਡ ਸੀ, ਉਹ ਹਵਾ 'ਚ ਹੀ ਰੁਲ ਜਾਣੀ। ਫੁੱਲ ਬਰਸਾ ਰਹੇ ਨੇ ਲੋਕ, ਮਠਿਆਈਆਂ ਵੰਡ ਰਹੇ ਨੇ ਲੋਕ, ਰਸਤੇ ਦੇ ਲੋਕ ਕੋਠਿਆਂ 'ਤੇ ਖੜੇ ਹੋ ਕੇ ਦੇਖ ਰਹੇ ਨੇ। ਇਹਨਾਂ ਨੇ ਉਸ ਪਰੇਡ ਨੂੰ ਤੋੜਨਾ ਕਿਹਦੇ ਹੱਕ ਸੀ? ਫਿਰ ਬਿੱਲ ਵੀ ਵਾਪਸ ਲੈਣੇ, ਕਾਨੂੰਨ ਵਾਪਸ ਲੈਣੇ ਪੈਣੇ ਸੀ 26 ਤੋਂ ਬਾਅਦ।
ਹੁਣ ਉਹਨੂੰ ਤੋੜਨਾ, ਉਹਨੂੰ ਹਿੰਸਕ ਦਿਖਾਉਣਾ, ਉਹਨੂੰ ਅਰਾਜਕਤਾ ਦਿਖਾਉਣਾ, ਇਹ ਸਟੇਟ ਦੀ ਲੋੜ ਸੀ, ਕਿਉਂਕਿ ਉੱਥੇ ਐਫੀਡੈਵਿਟ ਫਾਈਲ ਕਰ ਚੁੱਕੇ ਕਿ ਇੱਥੇ ਤਾਂ 2020 ਵਾਲੇ ਆ ਗਏ ਜੀ, ਖਾਲਿਸਤਾਨੀ ਐਲੀਮੈਂਟ ਹੋ ਗਏ। ਜਦ ਇਹਨਾਂ ਨੂੰ ਪੁਲਿਸ ਤਾਂ ਕਹਿੰਦੇ ਜੀ ਇੱਥੇ ਤਾਂ 300 ਮੋਡਿਊਲ ਆਏ ਹੋਏ ਨੇ, ਅਸੀਂ ਤਾਂ ਇੰਟਰਨੈਟ 'ਤੇ ਦੇਖਿਆ ਹੋਇਆ। ਇਹ ਸਾਰਾ ਕੁਝ ਪਲਾਨ ਕਰਕੇ ਪਹਿਲੇ ਰੌਲਾ ਪਾਉਣਾ ਸ਼ੁਰੂ ਕਰ ਦਿਓ। ਜਿਹਨੇ ਕਿਸੇ ਦੀ ਜੇਬ ਕੱਟਣੀ ਹੋਵੇ ਨਾ, ਉਹ ਕਹਿਣ ਲੱਗ ਜਾਂਦਾ ਉਹ ਭਾਈ ਜੇਬ ਕੱਟਣੇ ਤੋਂ ਬਚ ਕੇ ਰਹੋ। ਕੋਈ ਮੇਰੇ ਵਰਗਾ ਹੱਥ ਲਾਉਂਦਾ 4 ਬੰਦੇ, ਉਹਨੂੰ ਪਤਾ ਲੱਗਦਾ ਇੱਥੇ ਨੋਟ ਨੇ। ਸੋ ਇਹ ਜਿਹੜੀ ਸਰਕਾਰ ਨੇ ਕਰਿਆ, ਇਹ ਜਾਣਬੁੱਝ ਕੇ ਕਰਿਆ। ਮੈਂ ਇਹ ਗੱਲ ਜ਼ਿੰਮੇਵਾਰੀ ਨਾਲ ਕਹਿਣ ਨੂੰ ਤਿਆਰ ਹਾਂ। ਇਹ 'ਚ ਕੋਈ ਕਿਸਾਨੀ ਵਾਲਾ ਕੋਈ ਨਹੀਂ। ਜਿਹੜੇ ਬੰਦੇ ਉੱਥੇ ਗਏ ਨੇ ਉਹਨਾਂ 'ਤੇ ਕੇਸ ਬਣਾਤੇ, ਉਲਟਾ ਚੋਰ ਕਤਵਾਲ ਕੋ ਡੰਡੇ, ਉਹਨਾਂ 'ਤੇ ਕੇਸ ਬਣਾਇਆ ਪਹਿਲਾਂ। ਜਿਹਨੇ ਉੱਥੇ ਝੰਡਾ ਚਲਾਇਆ, ਕੇਸਰੀ ਨਿਸ਼ਾਨ ਸਾਹਿਬ ਚਲਾਤਾ, ਇਹਦੀ ਗੱਲ। ਫਿਰ ਇੱਕ ਹੋਰ ਗੱਲ, ਗਲਤ ਬਿਆਨੀ ਮੀਡੀਆ 'ਚ ਕਿਸੇ ਸਰਕਾਰ ਨੇ ਕੰਡੈਮ ਨਹੀਂ ਕਰਿਆ ਇਸ ਨੂੰ। ਖਾਲਿਸਤਾਨ ਦਾ ਝੰਡਾ ਚਲਾਤਾ, ਉਹ ਕੇਸਰੀ ਨਿਸ਼ਾਨ ਹੈ, ਉਹ ਸਿੱਖੀ ਦਾ ਨਿਸ਼ਾਨ ਹੈ। ਇਹਨਾਂ ਨੂੰ ਦੱਸੇ ਇਸ ਦੇ ਸਾਹਮਣੇ ਉਹਦੀ ਕਿੰਨੀ ਇੱਜ਼ਤ ਕਰੀ ਜਾਂਦੀ ਹੈ, ਸਾਹਮਣੇ ਸਾਡੇ। ਸੋ ਕੇਸਰੀ ਨਿਸ਼ਾਨ ਚੁੱੜ ਰਿਹਾ ਉੱਥੇ, ਉੱਥੇ ਖਾਲਿਸਤਾਨ ਦਾ ਝੰਡਾ ਨਹੀਂ ਚੁੱਡਾ। ਇਹ ਗਲਤ ਬਿਆਨੀ ਕਰੀ ਜਾ ਰਹੀ ਹੈ, ਔਰ ਇਹ ਵੀ ਗੈਰ ਜ਼ਿੰਮੇਵਾਰਾਨਾ ਹਰਕਤ ਹੈ ਸਰਕਾਰ ਦੀ। ਇਹਦਾ ਮਤਲਬ ਆਈਸੋਲੇਟ ਕਰਨਾ। ਹੁਣ ਇੱਕ ਹੋਰ ਗੱਲ ਕਰੀ ਜਾ ਰਹੀ ਹੈ, ਇੰਟਰਨੈਟ ਬੰਦ ਕਰਤੇ, ਫੋਨ ਬੰਦ ਕਰਤੇ, ਪੁਲਿਸ ਲਾਤੀ, ਫੌਜ ਲਾਤੀ। ਮੈਨੂੰ ਸ਼ੰਕਾ ਹੈ, ਸ਼ਾਇਦ ਸਾਰੇ ਸਾਡੇ ਵਕਤਾ ਐਗਰੀ ਕਰਨ ਜਾਂ ਨਾ ਕਰਨ, ਕਿ ਜੋ ਇਹਨਾਂ ਨੇ ਸ਼ਹੀਨ ਬਾਗ ਨਾਲ ਕਰਿਆ ਸੀ, ਇਹ ਬਦਮਾਸ਼ ਬੁਲਾਉਣਗੇ, ਉਹਨਾਂ ਨੂੰ ਕਹਿਣਗੇ ਸਾਡੇ ਬੀਜੇਪੀ ਦੇ ਕਾਰਿਆਕਰਤਾ ਫਲਾਣਾ, ਉਹ ਬੁਲਾ ਕੇ ਉੱਥੇ ਇਹ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰਨਗੇ। ਪੁਲਿਸ ਸਾਇਲੈਂਟ ਸਪੈਕਟੇਟਰ ਹੋਏਗੀ, ਪੁਲਿਸ ਫੌਜ ਉਹਨਾਂ ਦੀ ਇੰਡਾਇਰੈਕਟਲੀ ਮਦਦ ਕਰੇਗੀ। ਕੱਲ੍ਹ ਸਿਪਾਹੀ ਇਹਨਾਂ ਦਾ ਫੜੇਗਾ ਚਿੱਟੇ ਕੱਪੜਿਆਂ 'ਚ, ਆਇਡੈਂਟੀ ਕਾਰਡ ਹੈ ਉਹਦੇ ਕੋਲ, ਉਹਨੇ ਬਸ ਤੋੜੀ ਹੈ। ਇਹੋ ਜਿਹੇ ਕਿੰਨੇ ਇੰਸੀਡੈਂਟਸ ਨੇ। ਇੱਕ ਨਿਹੰਗ ਸਿੰਘ ਇੱਕ ਔਰਤ ਪੁਲਿਸ ਅਫਸਰ ਨੂੰ ਬਚਾ ਰਿਹਾ, ਆਪਦੀ ਤਲਵਾਰ ਕੱਢ ਕੇ ਵੀ ਚੰਗਾਓ ਨੇੜੇ, ਉਹਨੂੰ ਇਹ ਦਿਖਾਇਆ ਜਾ ਰਿਹਾ ਵੀ ਇਹ ਉਹਨੂੰ ਮਾਰ ਰਿਹਾ। ਸੋ ਜਦ ਮੀਡੀਆ ਦਾ ਕੋਈ ਸੈਕਸ਼ਨ, ਜਦ ਸਰਕਾਰ ਉਲਟਾ ਚੋਰ ਕੁਤਵਾਲ ਕੋ ਡੰਟੇ, ਇਹ ਉਲਟੇ ਸਰਕਾਰ ਨੇ ਕਰਿਆ। 26 ਜਨਵਰੀ ਨੂੰ ਉੱਥੇ ਸ਼ਾਂਤੀ ਰੱਖਣੀ, ਮੈਂ ਕਹਿੰਦਾ ਉਹ ਪੱਧਰਵੀ ਸੀਗੇ, ਮੰਨ ਲਓ ਕਿਸਾਨ, ਉਹਦੀ ਸ਼ਾਂਤੀ ਰੱਖਣਾ ਕਿਹਦੀ ਡਿਊਟੀ ਸੀ? ਉਹ ਸਰਕਾਰ ਦੀ ਸੀ। ਸਰਕਾਰ ਨੇ ਜਾਣ ਕੇ ਨਹੀਂ ਰੱਖੀ, ਬਲਕਿ ਅਸ਼ਾਂਤੀ ਫੈਲਾਈ ਹੈ। ਜੇ ਮੈਨੂੰ ਮਰੀਜ਼ ਨੂੰ ਇਲਾਜ ਕਰਨ ਦਾ ਰਾਈਟ ਹੈ ਤੇ ਮੈਨੂੰ ਮਾਰਨ ਦਾ ਰਾਈਟ ਨਹੀਂ। ਜੇ ਮੈਂ ਮਰੀਜ਼ ਮਾਰਿਆ ਹੋਵੇ, ਮੇਰੇ 'ਤੇ ਕਤਲ ਦਾ ਕੇਸ ਦਰਜ ਹੋਣਾ ਚਾਹੀਦਾ। ਮੈਨੂੰ ਇਲਾਜ ਕਰਨ ਦਾ ਹੱਕ ਦਿੱਤਾ ਹੈ, ਮਾਰਨ ਦਾ ਨਹੀਂ ਦਿੱਤਾ। ਕੇਂਦਰ ਸਰਕਾਰ ਨੂੰ ਹੱਕ ਦਿੱਤਾ ਹੈ ਕਿਲੇ ਨੂੰ ਬਚਾਉਣ ਦਾ, ਲੋਕਾਂ ਨੂੰ ਬਚਾਉਣ ਦਾ। ਉਹਨਾਂ ਨੇ ਜਾਣਬੁੱਝ ਕੇ ਉਹਦੇ 'ਤੇ ਕਰਾਇਆ। ਸੋ ਇਹ ਗੱਲ ਜਿੱਥੋਂ ਮਰਜ਼ੀ, ਹੁਣ ਉਹਦੇ ਵਿੱਚ ਕੁਛ ਇਹਨਾਂ ਦੇ ਏਜੰਟ ਹੋਣਗੇ, ਕੁਛ ਗੁੰਮਰਾਹ ਹੋ ਜਾਣਗੇ ਹੋਣਗੇ, ਕਿਸੇ ਨੂੰ ਗਰਮ ਕਰਤਾ ਹੋਊਗਾ, ਕਿਸੇ ਦਾ ਆਪਦਾ ਹੰਕਾਰ ਹੋਊ ਵੀ ਮੈਂ ਨਹੀਂ ਇਹਦੀ ਗੱਲ ਮੰਨਦਾ, ਇਹ ਕੁਛ ਵੀ ਹੋ ਸਕਦਾ। ਅੱਜ ਲੋੜ ਕੀ ਹੈ ਫਿਰ? ਹੁਣ ਇਹ ਤਾਂ ਕਰੇਗੀ ਸਰਕਾਰ, ਕੇਸ ਬਣਾਤੇ, ਹੋਰ ਬਣਾਤੇ। ਇਹ ਠੀਕ ਹੈ ਵੀ 2-3 ਦਿਨਾਂ 'ਚ ਸੈਟਲ ਹੋ ਜਾਣਾ ਸਾਰਾ ਕੁਛ। ਸ਼ੁਰੂ 'ਚ ਵੀ ਬਲਕਿ ਮੈਨੂੰ ਤਾਂ ਐਂ ਲੱਗਦਾ ਸੀ, ਮੈਂ ਬਥੇਰੇ ਅੰਦੋਲਨ 'ਚੋਂ ਨਿਕਲਿਆ ਅਤੇ ਬਲੂ ਸਟਾਰ ਵੇਲੇ ਮੈਨੂੰ ਪਤਾ ਸਾਡੇ 'ਤੇ ਕੇਸ ਬਣਾਤੇ ਸੀ। ਫਿਰ ਕੀ ਸਾਨੂੰ ਉਹਨਾਂ ਨੇ ਡਾਂਗ ਮਾਰਨੀਆਂ, ਜੇ ਬਣਾ ਵੀ ਦੇਣ, ਮੰਨ ਲਓ ਗੋਲੀ ਮਾਰ ਦੇਣ, ਫਿਰ ਕੀ ਕਰ ਦੇਣਗੇ? ਮੇਰੇ ਮਾਰ ਦੇਣਗੇ ਨਾ। ਗੱਲ ਤਾਂ ਨਹੀਂ, ਆਈਡੀਆ ਤਾਂ ਨਹੀਂ ਖਤਮ ਹੋ ਸਕਦੇ। ਬੰਦਾ ਮਾਰਿਆ ਜਾ ਸਕਦਾ, ਆਈਡੀਆ ਨਹੀਂ ਖਤਮ ਹੋ ਸਕਦਾ। ਅਤੇ ਇਹਨਾਂ ਨੇ ਜੋ ਕੁਛ ਕਰਿਆ, ਜੋ ਅੰਦੋਲਨ ਦੇ ਵਿੱਚ ਹੋਇਆ, ਹੁਣ ਇੱਕ ਪਾਸੇ ਤਾਂ ਅੰਦੋਲਨ ਵਾਲਿਆਂ ਦਾ ਕੰਮ ਹੈ, ਇੱਕ ਸਰਕਾਰ ਦਾ। ਸਰਕਾਰ ਨੇ ਤਾਂ ਕਰਨਾ ਨਹੀਂ, ਇਹ ਭੁਲੇਖਾ ਛੱਡ ਦਈਏ ਆਪਾਂ। ਸਰਕਾਰ ਨੇ ਤਾਂ ਸੁਪਰੀਮ ਕੋਰਟ ਵਾਸਤੇ ਮਸੌਦਾ ਤਿਆਰ ਕਰਿਆ। ਸੁਪਰੀਮ ਕੋਰਟ ਕੀ ਕਰਦੀ ਉਹ ਜਾਣੇ, ਜੋ ਤਾਂ ਪੈਰਲਲ ਦੇਖ ਲੈਂਦੀ ਵੀ ਫੁੱਲ ਵੀ ਵਰਸਾਏ ਜਾ ਰਹੇ ਨੇ। ਹੁਣ ਇਹ ਰਿਪੋਰਟਸ ਨੇ ਰਵਾੜੀ ਬਾਰਡਰ 'ਤੇ ਕੱਲ੍ਹ ਉੱਥੇ ਇਕੱਠੇ ਕਰਕੇ ਭੇਜਤੇ ਇਹਨਾਂ ਨੇ ਬੀਜੇਪੀ ਦੇ, ਅੱਜ ਹੋਰ ਵੀ ਭੇਜਤੇ। ਆਲੇ ਦੁਆਲੇ ਨਾਅਰੇ ਲਵਾਉਣਗੇ, ਅਰਾਜਕਤਾ ਫੈਲਾਉਣਗੇ ਬੀਜੇਪੀ। ਇਹ ਅਰਾਜਕਤਾ ਦਾ ਸਬੂਤ ਮੈਂ ਜ਼ਿੰਮੇਵਾਰੀ ਨਾਲ ਕਿਉਂ ਕਹਿ ਰਿਹਾ। ਅੱਜ ਤੋਂ ਕੁਛ ਦਿਨ ਪਹਿਲਾਂ ਤੁਸੀਂ ਵੀਡੀਓ ਦੇਖੀ, ਉਹ ਲੁਧਿਆਣੇ ਦੇ ਵਿੱਚ ਸ਼ਿਵ ਸੈਨਾ ਦਾ ਇੱਕ ਬੰਦਾ, 2, 4, 5, 7, 10 ਬੰਦੇ ਉਹਦੇ ਨਾਲ ਹੋਰ ਨੇ, ਉਹ ਅੰਬਾਨੀ ਦਾ ਇੱਕ ਬੋਰਡ ਲਾ ਰਿਹਾ ਵੀ ਮੈਂ ਅੰਬਾਨੀ ਦਾ ਸਮਰਥਨ ਕਰਦਾ, ਅਤੇ ਨਾਲ ਐਲਾਨ ਕਰ ਰਿਹਾ ਕਿ ਅਸੀਂ ਹੁਣ ਟੋਲ ਪਲਾਜ਼ੇ ਚੁਕਵਾਵਾਂਗੇ। ਇਹ ਸਰਕਾਰ ਨੇ ਫੈਸਲਾ ਕਰ ਲਿਆ। ਇਹ ਮੈਂ ਬੇਨਤੀ ਇਹ ਕਰਦਾ, ਪਹਿਲਾਂ 84 'ਚ ਪੰਜਾਬ ਦਾ ਬਹੁਤ ਮਾੜਾ ਹਾਲ ਹੋਇਆ ਸੀ। ਪੰਜਾਬ ਨੂੰ ਇਕੱਲੇ ਨੂੰ ਟਾਰਗੇਟ ਨਾ ਬਣਾਉਣ। ਇਹ ਅੰਦੋਲਨ ਪੂਰੇ ਜਨ ਅੰਦੋਲਨ ਹੈ। ਇਹ ਅੰਦੋਲਨ ਨਾ ਸਿੱਖਾਂ ਦਾ, ਨਾ ਕਦੇ ਪੰਜਾਬੀਆਂ ਦਾ, ਨਾ ਹਰਿਆਣਵੀਆਂ ਦਾ, ਨਾ ਈਵਨ ਉੱਤਰੀ ਭਾਰਤ ਦਾ ਅੰਦੋਲਨ ਨਹੀਂ। ਇਹ ਪੂਰੇ ਭਾਰਤ ਦਾ ਹੈ। ਉੱਤਰੀ ਭਾਰਤ ਤੋਂ ਜ਼ਿਆਦਾ ਲੋਕ ਉੱਥੇ, ਕਿਉਂਕਿ ਸਰਹੱਦਾਂ ਨਾਲ ਲੱਗਦੀਆਂ ਨੇ ਦਿੱਲੀ ਦੀਆਂ। ਬਾਕੀ ਦੂਰੋਂ ਮਹਾਰਾਸ਼ਟਰ 'ਚ ਉੱਥੇ ਜਲੂਸ ਨਿਕਲ ਰਹੇ ਨੇ, ਬਿਹਾਰ 'ਚ ਜਲੂਸ ਨਿਕਲ ਰਹੇ ਨੇ, ਗੁਜਰਾਤ ਦੇ ਵਿੱਚੋਂ ਬੰਦੇ ਆ ਰਹੇ ਨੇ, ਮੱਧ ਪ੍ਰਦੇਸ਼ ਜਲੂਸ ਨਿਕਲ ਰਹੇ ਨੇ, ਕੇਰਲਾ 'ਚ ਨਿਕਲ ਰਹੇ ਨੇ। ਟਰੈਕਟਰਾਂ ਦੇ ਵੀ ਮਾਰਚ ਹੋ ਰਹੇ ਨੇ, ਜਿੱਥੇ ਜਿੰਨੇ ਕੁ ਉੱਥੇ ਹੈ ਹੀ ਥੋੜ੍ਹੇ। ਮੈਂ ਇੱਕ ਬਸ ਇੱਕ ਲਾਈਨ 'ਤੇ। ਸੋ ਇਸ ਕਰਕੇ ਸਾਨੂੰ ਅੱਜ ਲੋੜ ਕੀ ਹੈ? ਇੱਕ ਪਾਸੇ ਕਿਸਾਨ ਜਥੇਬੰਦੀਆਂ, ਇਹ ਆਇਡੈਂਟੀਫਾਈ ਕਰਨ ਦੀ ਲੋੜ ਹੀ ਨਹੀਂ ਵੀ ਉੱਥੇ ਗਿਆ ਕੌਣ ਸੀ, ਉਹ ਪੁਲਿਸ ਦਾ ਕੰਮ ਹੈ। ਇੱਕੋ ਹੀ ਆ ਵੀ ਭਾਈ ਜਿਹੜੇ ਗਏ ਸਭ ਨੂੰ ਪਤਾ ਹੀ ਹੈ, ਦਿਖਦਾ ਹੀ ਹੈ, ਅਤੇ ਉਹ ਕਦੇ ਕਦੇ ਨਾਮ ਦਵਾਂਗੇ ਰਹਿ ਜੂਗਾ ਵਿੱਚੋਂ। ਅਤੇ ਉਹਨਾਂ ਨੇ ਚੰਗਾ ਨਹੀਂ ਕਰਿਆ, ਉਹਨਾਂ ਨੇ ਅੰਦੋਲਨ ਨੂੰ ਢਾਹ ਲਾਈ ਹੈ। ਦੂਜਾ, ਹਾਂਜੀ ਦੇਖੋ, ਮੈਂ
ਮੈਂ ਇਹ ਤਾਂ ਕਿਹਾ ਜਿਹੜੀ ਬੈਕਗਰਾਉਂਡ ਅਸੀਂ ਦਿੰਦੇ ਹਾਂ ਨਾ, ਜੇ ਬੈਕਗਰਾਉਂਡ ਨਹੀਂ ਹੋਊਗੀ ਤਾਂ ਮਜੂਸੀ ਦੂਰ ਨਹੀਂ ਹੋ ਸਕਦੀ। ਪਹਿਲਾਂ ਬੈਕਗਰਾਉਂਡ ਸਮਝਣੀ ਪਊਗੀ, ਫਿਰ ਉਹਦਾ ਮੈਂ ਹੱਦ ਵੱਲ ਵੱਧ ਰਿਹਾ ਸੀ। ਹੱਦ ਕੀ ਹੈ ਵੀ ਆਪਾਂ ਕੱਲੇ ਨੂੰ ਵੀ ਉਹਨੇ ਕਰਿਆ ਇਹ ਨਾ ਕਰੀਏ। ਦੂਜੀ, ਤੁਸੀਂ ਤੁਹਾਨੂੰ ਮਜੂਸੀ ਦੀਆਂ ਨੇ, ਮੇਰੇ ਕੋਲ ਖਬਰਾਂ ਥੋੜ੍ਹੀਆਂ ਜਿਹੀਆਂ ਦੂਜੀਆਂ ਵੀ ਨੇ, ਪਿੰਡਾਂ 'ਚੋਂ ਤਿਆਰੀ ਹੋ ਰਹੀ ਹੈ ਹੋਰ ਟਰਸਟ ਜਾਣ ਦੀ। ਹਾਂ, ਸੋ ਮਜੂਸੀ ਹੋਏਗੀ ਜਦ ਸਾਡਾ ਐਡਾ ਵੱਡਾ, ਮੈਂ ਕਹਿੰਦਾ ਮਜੂਸੀ ਕੋਈ ਨੋਰਮਲ ਨਹੀਂ ਹੈ। ਜੇ ਐਡਾ ਵੱਡਾ ਮੈਂ ਆਪਰੇਸ਼ਨ ਕਰਦਾ ਹਾਂ, ਵੱਡੀ ਨਾਲੀ ਕਰਕੇ ਖੂਨ ਦੀ 1 ਲੱਖ ਤਾਂ ਮੈਨੂੰ ਲੱਗਦਾ ਵੀ ਇਹ ਗਿਆ, ਪਰ ਮੈਨੂੰ ਪਤਾ ਕਿ ਮੈਂ ਸਰਜਨ ਵਾਲੇ ਨੂੰ ਟੈਕਲ ਕਰ ਦਾਂਗਾ। ਸੋ ਇਸ ਕਰਕੇ ਹੁਣ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਜ਼ਿਆਦਾ ਡਿਟਰਮਿਨ, ਉਹਨਾਂ ਨੇ ਆਪਦਾ ਮਾਰਚ ਪੋਸਟਪੋਨ ਕਰਤਾ, ਔਰ ਮੈਨੂੰ ਪਹਿਲੇ ਦਿਨ ਤੋਂ ਸੀਗਾ ਵੀ ਹੁਣ ਮਾਰਚ ਕਾਹਦੇ ਵਾਸਤੇ ਕਰਨਾ। ਫਿਰ ਮੈਨੂੰ ਲੱਗਦਾ ਸੀ ਵੀ ਇਹ 4-5 ਦਿਨ ਦਾ ਵਰਤ ਰੱਖਣ, ਉਹਨਾਂ ਨੇ 1 ਦਿਨ ਦਾ ਕਿ 2 ਦਿਨ ਦਾ ਅਨਾਊਂਸ ਕਰਿਆ। ਹੁਣ ਇਹ ਜਿਹੜੀ ਗੱਲ ਹੈ, ਜਦ ਤੁਹਾਨੂੰ ਐਂ ਲੱਗਦੀ ਹੈ ਵੀ ਐਂ ਹੋਣਾ ਚਾਹੀਦਾ, ਉਹ ਉੱਥੇ ਫੈਸਲਾ ਕਰ ਲੈਂਦੇ ਨੇ, ਤਾਂ ਤੁਹਾਨੂੰ ਲੱਗਦਾ ਵੀ ਤੁਸੀਂ ਠੀਕ ਸੋਚ ਰਹੇ ਹੋ। ਉਹਨਾਂ ਨੇ ਫੈਸਲਾ ਕਰਿਆ ਵੀ ਠੀਕ ਹੈ, ਸਾਡਾ ਕੋਈ ਕਸੂਰ ਨਹੀਂ ਸੀ, ਪਰ ਫਿਰ ਵੀ ਕਿਉਂਕਿ ਸਾਡੇ ਨਾਂ 'ਤੇ ਇਹ ਚੱਲ ਰਿਹਾ ਸੀ ਅੰਦੋਲਨ, ਅਸੀਂ। ਇਸ ਤੋਂ ਅੱਗੇ ਤੀਜੀ ਗੱਲ ਜਿਹੜੀ ਹੈ ਉਹ ਇਹ ਹੈ ਵੀ ਜਿਹੜੀ ਸਰਕਾਰ ਜੋ ਕੁਝ ਕਰਦੀ ਹੈ, ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਇਹ BJP ਦੀ ਹੁੱਲੜਬਾਜ਼ੀ ਕਰਾਉਣਗੇ, ਉਹਨੂੰ ਤਾਂ ਕਿਸਾਨ ਆਪਦਾ ਜਿਵੇਂ ਪਹਿਲਾਂ ਸਿਕਿਉਰਿਟੀ ਰਾਹੀਂ ਰੋਕਦੇ ਸੀ ਬੰਦਿਆਂ ਨੂੰ, ਉਹਨੂੰ ਤਾਂ ਆਪਦੀ ਕਾਰਡਾਊਨ ਬਣਾਉਣਗੇ ਉੱਥੇ, ਵੀ ਅੰਦਰ ਨਹੀਂ ਅਸੀਂ ਇੱਧਰ ਆਉਣ ਦੇਣਾ। ਅਤੇ ਦੂਜੀ ਗੱਲ, ਲਾਸਟ ਬਟ ਨਾਟ ਦੀ ਲੀਸਟ, ਜਿਹੜਾ ਉਹਨਾਂ ਦੀ ਇਹ ਕੋਸ਼ਿਸ਼ ਹੋਊ ਵੀ ਅਸੀਂ ਔਰਤਾਂ ਦੀ ਬੇਹਰਮਤੀ ਕਰੀਏ, ਮੈਂ ਉਹ ਕੱਢ ਵੀ ਕਹਿ ਰਿਹਾ ਸੀ, ਮੈਂ ਹੁਣ ਵੀ ਕਹਿਣਾ, ਅਤੇ ਮੈਂ ਛੀਣੀ 5 ਦਰਿਆ ਦੀ ਮੈਨੂੰ ਕੜੀ ਨਾ ਜਾਣੀ। ਸਾਡੀਆਂ ਜਿਹੜੀਆਂ ਮਾਵਾਂ ਭੈਣਾਂ ਦਾਦੀਆਂ ਉੱਥੇ ਬੈਠੀਆਂ ਨੇ ਨਾ, ਉਹ ਐਂ ਨਹੀਂ ਬੈਠੀਆਂ ਵੀ ਇਹ ਉਹਨਾਂ ਨੂੰ ਐਂ ਕਰ ਦੇਣਗੇ। ਸੋ ਇਸ ਕਰਕੇ ਇਹ ਅੰਦੋਲਨ ਹੈ ਜਿਹੜਾ, ਇਹ ਹੁਣ ਜਿਹੜੀ ਲੀਡਰਸ਼ਿਪ ਪੱਕੀ ਰਹੇਗੀ, ਜਿਹੜੇ ਨਾਲ ਉਹਨਾਂ ਦੇ ਬੰਦੇ ਮਜੂਸੀ ਹੈ, ਉਹ ਮਜੂਸੀ ਦੂਰ ਕਰੀ ਜਾਊਗੀ। ਜਦ ਸਾਨੂੰ ਸੱਟ ਵੱਜਦੀ ਹੈ ਉਦੋਂ ਦਰਦ ਹੁੰਦਾ 1 ਲੱਖ, ਹੌਲੀ ਹੌਲੀ ਆਪਾਂ ਨੂੰ ਟੈਕਲ ਕਰ ਲੈਂਦੇ ਹਾਂ। ਸੋ ਮਜੂਸੀ 1-2 ਦਿਨਾਂ 'ਚ 3 ਦਿਨਾਂ 'ਚ ਦੂਰ ਹੋਏਗੀ। ਇਹ ਮੁੜ ਕੇ ਬਾਊਂਸ ਬੈਕ ਕਰੇਗਾ, ਔਰ ਬਾਊਂਸ ਬੈਕ ਕਰੇਗਾ ਜ਼ਿਆਦਾ ਤਾਕਤ ਦੇ ਨਾਲ, ਇਹ ਵੀ ਮੈਂ ਕਹਿ ਦਿੰਦਾ। ਉਹਦੇ 'ਚ ਵਾਇਲੈਂਸ ਵੀ ਨਹੀਂ ਹੋਏਗੀ ਜਿਹੜੀ ਕਰਾਈ ਗਈ ਹੈ ਸਰਕਾਰ ਵੱਲੋਂ, ਸ਼ਾਇਦ ਉਹਦੇ 'ਚ ਉਹ ਸਫਲ ਨਾ ਹੋਵੇ। ਇਹ ਦੋਨਾਂ 'ਚ ਇੱਕ ਉਹਨਾਂ ਨੂੰ ਵੱਖਰਾ ਕਰ ਦਿੱਤਾ ਕਿ ਇਹ ਕਿਸਾਨ ਅੰਦੋਲਨ ਦੇ ਵਿੱਚ ਹੁਣ ਉਹ ਇਨਵੋਲਵ ਨਹੀਂ ਹੋਣਗੇ, ਜਿੰਨੇ ਵੀ ਡਿਸੀਜਨਸ ਲਏ ਜਾਣਗੇ ਉਹਨਾਂ ਦੇ ਵਿੱਚ ਪੰਧੇਰ ਜੀ ਤੇ ਪੰਨੂ ਜੀ ਨਹੀਂ ਹੋਣਗੇ। ਉਹਦੇ ਬਾਰੇ ਤੁਸੀਂ ਕੀ ਕਹਿੰਦੇ? ਦੇਖੋ ਇਹਨੂੰ ਮੈਂ ਥੋੜਾ ਵੱਡਾ ਕਰਨਾ, ਇਹਦੇ ਵਿੱਚ ਇਹੀ ਗੱਲ ਕਹੀ ਸੀਗੀ ਕਿ ਜਿਹੜੇ ਮੁੰਡੇ ਜਾਂ ਉੱਤੇ ਫੜੇ ਗਏ ਨੇ, ਪੁਲਿਸ ਨੇ ਫੜੇ ਨੇ, ਜਾਂ ਜਿਨ੍ਹਾਂ ਦੇ ਕੇਸ ਹੋਏ ਨੇ, ਕਿਸਾਨ ਦਸਤੇਬੰਦੀਆਂ ਦਾ ਹੁਣ ਫਰਜ਼ ਬਣਦਾ ਕਿ ਉਹਨਾਂ ਦੀ ਪੈਰਵਾਈ ਕਰਨ। ਇਹਦੇ ਨਾਲ ਦੇਖੋ, ਪਹਿਲੀ ਗੱਲ ਤਾਂ ਅਸੀਂ ਜਿਹੜਾ ਜਵਾਬ ਕਿਸਾਨ ਜਥੇਬੰਦੀਆਂ ਨੇ ਦੇਣਾ, ਉਹਨਾਂ ਦੀ ਥਾਂ 'ਤੇ ਅਸੀਂ ਨਹੀਂ ਦੇਣਾ ਚਾਹੁੰਦੇ, ਕਿਉਂਕਿ ਉਹ 40 ਜਥੇਬੰਦੀਆਂ ਜਿਨ੍ਹਾਂ ਨੇ ਉਹਨੂੰ ਅਲੱਗ ਕੀਤਾ, ਜਿਨ੍ਹਾਂ ਨਾਲ ਉਹਨਾਂ ਦਾ ਵਾਸਤਾ ਪੈਂਦਾ ਜਾਂ ਉੱਥੇ ਬੈਠੇ ਆ, ਅਸੀਂ ਇੱਕ ਸਪੋਰਟ ਦੇ ਵਿੱਚ ਉਹਨਾਂ ਦੇ ਬਿਆਨ ਦੇ ਰਹੇ ਹਾਂ ਵੀ ਜੋ ਕੁਝ ਹੋਇਆ ਉਹਦੇ ਸੰਬੰਧ 'ਚ। ਇਸ ਕਰਕੇ ਅਸੀਂ ਇਹਦੇ 'ਤੇ ਕੋਈ ਸਿੱਧਾ ਨਹੀਂ ਕਹਿਣਾ ਚਾਹੁੰਦੇ ਕੀ ਕਰਨਾ ਚਾਹੀਦਾ। ਕਿਉਂਕਿ ਜਿਹੜੇ ਕਿਸਾਨ ਆਗੂ ਨੇ, ਰਾਜੇਵਾਲ ਜੀ ਨੇ ਵੀ ਆਪਣਾ ਬਿਆਨ ਦਿੱਤਾ ਆ ਕਿ ਜਿਹੜੀ ਰਿਸਪੌਂਸਿਬਿਲਿਟੀ 26 ਜਨਵਰੀ ਨੂੰ ਲਾਲ ਕਿਲੇ ਤੇ ਜੋ ਵੀ ਕੁਝ ਘਟਨਾ ਵਾਪਰੀ ਹੈ, ਉਹਦੀ ਰਿਸਪੌਂਸਿਬਿਲਿਟੀ ਪੰਧੇਰ ਜੀ ਦੀ ਹੈਗੀ ਹੈ ਤੇ ਪੰਨੂ ਜੀ ਦੀ ਹੈਗੀ ਹੈ, ਤੇ ਉਹਨਾਂ ਨੂੰ ਆਪਾਂ ਆਪਣੇ ਜੱਥੇ ਤੋਂ ਜਿਹੜੀ ਸਾਡੀ ਮੀਟਿੰਗ ਹੁੰਦੀ ਸੀ, ਹੁਣ ਉਹਨਾਂ ਨੂੰ ਉਹਦੇ ਵਿੱਚ ਇਨਵੋਲਵ ਨਹੀਂ ਕਰਾਂਗੇ। ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ, ਤੁਹਾਡਾ ਕੀ ਟੇਕ ਹੈ? ਦੇਖੋ, ਸਾਨੂੰ ਤਾਂ ਇਹ ਹੈ ਵੀ ਜੇ ਉਹਨਾਂ ਨੂੰ ਲੱਗ ਰਿਹਾ ਵੀ ਇਹਨਾਂ ਨੇ ਕੀਤਾ, ਜੋ ਵੀ ਲੱਗਿਆ ਵੀ ਉਸ ਦੇ ਵਿਰੁੱਧ ਕੋਈ ਵੀ ਕਿਸੇ ਕਿਸਮ ਦਾ ਅੰਦੋਲਨ ਆ, ਆਪਣੇ ਅੰਦੋਲਨ ਨੂੰ ਬਚਾਉਣ ਦੀ ਖਾਤਰ ਹਰੇਕ ਨੇ ਜਿਹੜਾ ਲੱਗੇ ਵੀ ਇਹ ਸ਼ਰਾਰਤ ਕਰ ਰਿਹਾ। ਇੱਕ ਮੈਰਿਜ ਸੈਰੇਮਨੀ 'ਚ ਤੁਹਾਡੇ ਕੋਈ ਸ਼ਰਾਰਤੀ ਆ ਕੇ ਵੜ ਜੇ, ਤੁਸੀਂ ਉਹਨੂੰ ਵੀ ਕੁੱਟਣ ਲੱਗ ਜਾਂਦੇ ਹੋ, ਉਹਨੂੰ ਵੀ ਭਜਾਉਣੇ ਹੋ, ਔਰ ਪਿੰਨ ਪੁਆਇੰਟ ਵੀ ਕਰਦੇ ਹੋ ਵੀ ਇਹ ਬੰਦੇ ਨੇ ਸ਼ਰਾਰਤ ਕੀਤੀ ਹੈ, ਤੁਹਾਡੇ ਘਰ ਦੇ ਪ੍ਰੋਗਰਾਮ 'ਚ ਵੀ ਆ ਜੇ। ਜੇ ਉਹਨਾਂ ਨੂੰ ਲੱਗਦਾ ਵੀ ਇਹ ਬੰਦੇ ਨੇ ਸ਼ਰਾਰਤ ਕੀਤੀ ਹੈ, ਅਸੀਂ ਇਹਦੇ ਲਈ ਨਹੀਂ ਕੁਝ ਕਹਿ ਸਕਦੇ ਵੀ ਅਸੀਂ ਸਹੀ ਸ਼ਰਾਰਤ ਉਹਨਾਂ ਨੇ ਫੜੀ ਹੈ ਜਾਂ ਕੀ ਫੜੀ ਹੈ, ਇਹ ਉਹਨਾਂ ਦੀ ਆਬਜ਼ਰਵੇਸ਼ਨ ਹੈ, ਉਹਦੇ 'ਤੇ ਅਸੀਂ ਕੋਈ ਕਮੈਂਟ ਨਹੀਂ ਕਰਨਾ ਚਾਹੁੰਦੇ। ਇਸ ਕਰਕੇ ਸਾਡਾ ਇਹ ਹੈ ਵੀ ਸਾਡਾ ਤਾਂ ਇੱਕੋ ਹੈ ਵੀ ਪੀਸਫੁਲ ਰਹਿਣਾ ਚਾਹੀਦਾ। ਅਸੀਂ ਤਾਂ ਉਹਨਾਂ ਨੂੰ ਮੋਰਲ ਸਪੋਰਟ ਦੇਣੀ ਹੈ, ਇੱਥੋਂ ਪੰਜਾਬ 'ਚੋਂ ਸਪੋਰਟ ਦੇਣੀ ਹੈ, ਅਤੇ ਸਿੱਖ ਸਾਈਡ ਵੱਲੋਂ ਅਸੀਂ ਅਪੀਲ ਕਰਨੀ ਹੈ ਵੀ ਸਪੋਰਟ ਵੱਧ ਤੋਂ ਵੱਧ ਉਹਨਾਂ ਨੂੰ ਦਿੱਤੀ ਜਾਵੇ। ਸਾਡਾ ਤਾਂ ਇੱਥੋਂ ਤੱਕ ਹੈ। ਬਹੁਤ ਸਾਰੇ ਲੋਕ ਨੇ ਜਿਹੜੇ ਵਾਪਸੀ ਆ ਰਹੇ ਨੇ 26 ਜਨਵਰੀ ਤੋਂ, ਹਾਲਾਂਕਿ ਉਹ ਕਹਿ ਕੇ ਵੀ ਆਏ ਸੀ ਕਿ ਅਸੀਂ 26 ਜਨਵਰੀ ਤੱਕ ਹੀ ਜਿਹੜੀ ਪੇਡ ਕਰਨ ਜਾ ਰਹੇ ਵਾਪਸ ਆ ਜਾਵਾਂਗੇ। ਸੋ ਇਹਦਾ ਵੀ ਕਿਤੇ ਨਾ ਕਿਤੇ ਗਲਤ ਇੰਪੈਕਟ ਪੈ ਰਿਹਾ ਜੀ। ਮੈਂ ਜਿਹੜੀ ਗੱਲ ਕੀਤੀ ਨਾ, ਜਿਹੜੇ ਸਾਡੇ ਨੌਜਵਾਨ ਮੁੰਡੇ ਉੱਤੇ ਗਏ ਸੀ ਕਿਸਾਨਾਂ ਦੀ ਸਪੋਰਟ ਦੇ ਲਈ ਗਏ, ਜੇਕਰ ਕਿਸੇ ਨਾਲ ਘਟਨਾ ਮਾੜੀ ਹੋ ਰਹੀ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਉਹਨਾਂ ਦੀ ਪੈਰਵਾਈ ਕਰਨੀ ਚਾਹੀਦੀ ਹੈ ਕਿ ਨਹੀਂ ਕਰਨੀ? ਪਹਿਲਾਂ ਮੈਂ ਉਹਨਾਂ ਦਾ ਜਵਾਬ ਵੀ ਮਾੜਾ ਜਿਹਾ ਆਪਣੇ ਪੱਧਰ 'ਤੇ ਕਹਿ ਦਿੰਦਾ ਆ ਕਿ ਦੇਖੋ, ਪਹਿਲਾਂ ਕੰਮ ਕਰਦਿਆਂ ਕਈਆਂ 'ਚ ਊਣਤਾਈਆਂ ਅਤੇ ਗਲਤੀਆਂ ਹੋਣਗੀਆਂ। ਲੱਖੋਵਾਲ ਸੁਪਰੀਮ ਕੋਰਟ 'ਚ ਗਿਆ, ਉਹਨੂੰ ਕਿਹਾ ਗਿਆ ਕਿ ਤੁਸੀਂ ਫਿਰ ਕਮੇਟੀ 'ਚ ਤਾਂ ਨਹੀਂ ਬੈਠ ਸਕਦੇ, ਤੁਸੀਂ ਬਿਨਾਂ ਪੁੱਛਿਆ ਗਿਆ। ਉਹਨਾਂ ਨੇ ਆਪਣੀ ਅਪੀਲ ਵਾਪਸ ਲੈ ਲਈ, ਉਹਨਾਂ ਨੂੰ ਦੁਬਾਰਾ ਕਮੇਟੀ 'ਚ ਅੰਦਰ ਲੈ ਲਿਆ ਗਿਆ।
ਗੁਰਨਾਮ ਸਿੰਘ ਚੜੂਨੀ ਪਾਰਟੀਆਂ ਨਾਲ, ਪੋਲੀਟੀਕਲ ਪਾਰਟੀਆਂ ਨਾਲ ਬਿਨਾਂ ਪੁੱਛਿਆਂ ਕੋਈ ਮੀਟਿੰਗ ਕਰ ਰਹੇ, ਉਹਦੀ ਕੰਟਰੋਵਰਸੀ ਹੋਈ। ਉਹਨਾਂ ਨੂੰ ਕਹਿ ਕੇ ਕਮੇਟੀ ਬਣਾ ਕੇ ਉਹਨਾਂ ਨੂੰ ਪੁੱਛ ਪਛਾ ਕੇ ਉਹਨਾਂ ਦੇ ਜੋ ਵੀ ਸੀ ਉਹਨਾਂ ਨੇ ਗਲਤੀ ਮੰਨੀ ਜਾਂ ਜੋ ਵੀ ਕਿਹਾ ਉਹਨਾਂ ਨੇ ਬਿਆਨ ਦੇ ਦਿੱਤਾ, ਉਹਨਾਂ ਨੂੰ ਦੁਬਾਰਾ ਨਾਲ ਰੱਖ ਲਿਆ। ਇੱਕ ਦਿਨ ਹਿਊਮਨ ਰਾਈਟਸ ਡੇ ਦੇ ਉੱਤੇ ਟਿੱਕਰੀ ਬਾਰਡਰ ਦੇ ਉੱਤੇ ਸਾਰੇ ਜਿਹੜੇ ਲੋਕ ਫੜੇ ਹੋਏ ਆ, ਨੌਲੱਖਾ, ਸੁਧਾ ਭਾਰਦਵਾਜ, ਹੋਰ ਵਰਵਰਾ ਰਾਓ ਵਗੈਰਾ, ਉਹਨਾਂ ਨੇ ਉਦੋਂ ਉਹਨਾਂ ਦੇ ਪੋਸਟਰ ਦਿਖਾਏ। ਕੁਛ ਗੱਲਾਂ 'ਤੇ ਭਰਸਨਾ ਹੋਈ ਵੀ ਇਹ ਸਾਡਾ ਤਿੰਨਾਂ ਮੰਗਾਂ 'ਤੇ ਆ, ਅਸੀਂ ਇਹਨੂੰ ਪੋਲੀਟਿਕਸ ਕਿਹਾ। ਉਹ ਤਾਂ ਵੈਸੇ ਪੰਜਾਬ 'ਚ ਵੀ ਕਰਦੇ ਸੀ, ਅਤੇ ਉਹਦੇ 'ਤੇ ਵੀ ਤੁਸੀਂ ਦੇਖੋ ਇੱਕ ਅੱਧਾ ਦਿਨ ਕੰਟਰੋਵਰਸੀ ਹੋਈ, ਫਿਰ ਉਹਨਾਂ ਨੇ ਇਹ ਗੱਲ ਦੇ ਉੱਤੇ ਮਿੱਟੀ ਪੈ ਗਈ, ਉਸੇ ਤਰੀਕੇ ਨਾਲ ਮੂਵਮੈਂਟ ਚੱਲਦੀ ਰਹੀ। ਹੁਣ ਇਹ ਜਰਾ ਜ਼ਿਆਦਾ ਵੱਡੀ ਗੱਲ ਸੀ। ਉੱਥੇ ਜੋ ਵੀ ਗੱਲ ਉਹਨਾਂ ਨੇ ਕਹੀ ਹੈ ਕਿ ਇਹਨਾਂ ਲੋਕਾਂ ਨੇ ਸਾਡੀ ਗੱਲ ਨਾ ਮੰਨ ਕੇ ਰਿੰਗ ਰੋਡ ਵੱਲ ਨੂੰ ਗਏ, ਇਸ ਕਰਕੇ ਉਦੋਂ ਬਾਅਦ ਫਿਰ ਇਹ ਸਾਂਭਿਆ ਨਹੀਂ ਗਿਆ। ਜਦੋਂ ਚਲੇ ਗਏ ਤੇ ਉਹ ਫਿਰ ਲੋਕ ਆਪਣੇ ਮੋਮੈਂਟਮ ਦੇ ਵਿੱਚ ਲਾਲ ਕਿਲ੍ਹੇ ਤੱਕ ਪਹੁੰਚ ਗਏ। ਇਹ ਉਹਨਾਂ ਦਾ ਕਹਿਣਾ ਤੇ ਵਾਜਬ ਹੈਗਾ, ਠੀਕ ਹੈ ਕਿ ਐਡੀ ਮੂਵਮੈਂਟ ਨੂੰ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਪਹੁੰਚਾਉਣਾ ਉਹ ਠੀਕ ਨਹੀਂ ਸੀਗਾ। ਪਰ ਅਲਟੀਮੇਟਲੀ ਜੇ ਉਹ ਲੋਕ ਆ ਕੇ ਦੁਬਾਰਾ ਕਹਿੰਦੇ ਕਿ ਸਾਡੇ ਕੋਲ ਬਹੁਤ ਵੱਡੀ ਗਲਤੀ ਹੋਈ ਹੈ, ਅਸੀਂ ਇਹਦੇ ਜ਼ਿੰਮੇਵਾਰ ਹਾਂ। ਹੁਣ ਜਿਸ ਤਰ੍ਹਾਂ ਉਹਨਾਂ ਦੇ ਹੁਣੇ ਮੈਨੂੰ ਫੋਨ ਆਇਆ ਤੁਹਾਡੇ ਬੈਠਿਆਂ ਇੱਥੇ ਕਿ ਉੱਥੇ ਉਹਨਾਂ ਦੀ ਆਪਸੀ ਕੰਟਰੋਵਰਸੀ ਵੀ ਹੋਈ ਆ ਵੀ ਆਪਾਂ ਨੂੰ ਕੀ ਲੋੜ ਸੀ, ਨਹੀਂ ਸੀ ਜਾਣਾ ਚਾਹੀਦਾ। ਉਹਨਾਂ ਦੇ ਅੰਦਰ ਵੀ ਪਿਛਲੀ ਵਾਰੀ ਵੀ ਜਦੋਂ ਲੱਖੋਵਾਲ ਦਾ ਵੀ ਹੋਇਆ ਤੇ ਇੱਕ ਵੱਡਾ ਹਿੱਸਾ ਉਹਨਾਂ ਦੀ ਲੀਡਰਸ਼ਿਪ ਦੇ ਵਿਰੁੱਧ ਖੜਾ ਹੋ ਗਿਆ ਸੀ ਕਿ ਇਹ ਤੁਸੀਂ ਗਲਤ ਕੀਤਾ। ਉਹ ਯੂਨੀਅਨ ਦੁਬਾਰਾ ਟੁੱਟਣ 'ਤੇ ਆ ਗਈ ਸੀ। ਇਸ ਲਈ ਇਹ ਜਿਹੜਾ ਪਬਲਿਕ ਦਾ ਦਬਾਅ ਆ, ਕਿਉਂਕਿ ਇਹ ਲੋਕ ਮੂਵਮੈਂਟ ਆ, ਇਹਦਾ ਆਭਾਰ ਬਹੁਤ ਤਕੜਾ, ਇਹਦਾ ਵਿਸ਼ਾਲ ਘੇਰਾ ਆ। ਜਿਹੜਾ ਗਲਤੀ ਕਰੂਗਾ ਉਹ ਖਤਮ ਹੋਊਗਾ, ਜਾਂ ਉਹ ਮਾਫੀ ਮੰਗ ਕੇ ਆਪਣੀ ਗਲਤੀ ਵਾਪਸ ਮੇਨ ਸਟ੍ਰੀਮ 'ਚ ਆਊਗਾ, ਜਾਂ ਫਿਰ ਉਸ ਦੇ ਆਪਣੇ ਹੀ ਅੰਦਰਲੇ ਬੰਦੇ ਉਸ ਨੂੰ ਖਤਮ ਕਰਨਗੇ। ਕਿਉਂਕਿ ਲੋਕੀ ਹੁਣ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਕਿ ਤੁਸੀਂ ਬਦਮਗਜ਼ੀ ਕਰਕੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਲੋ। ਤੁਹਾਡਾ ਸਵਾਲ ਕੀ ਸੀ? ਜੋ ਨੌਜਵਾਨ ਫੜੇ ਗਏ ਉਹ ਕਿਸਾਨਾਂ ਦੇ ਹੱਕ ਦੇ ਲਈ ਗਏ ਸੀ, ਚਾਹੇ ਉਹਨਾਂ ਨੂੰ ਗਲਤੀ ਕੀਤੀ ਆ, ਗਲਤੀ ਕਰਨ 'ਚ ਲੀਡ ਕੀਤਾ, ਉਹ ਤੇ ਪਿੰਨ ਪੁਆਇੰਟ ਹੋ ਹੀ ਗਏ ਆ। ਪਰ ਜੇ ਕੋਈ ਆਰਡੀਨਰੀ ਨੌਜਵਾਨ ਆ, ਉਹ ਨਾ ਉਹ ਟੈਰਰਿਸਟ ਆ, ਨਾ ਉਹ ਕਿਸੇ ਉਹੋ ਜਿਹੀ ਗੱਲਾਂ ਦੇ ਵਿੱਚ ਪਾਈ ਵਾਲੇ ਆ। ਮੇਰਾ ਖਿਆਲ ਆ ਕਿ ਸਾਨੂੰ ਉਹਨਾਂ ਦੀ ਉਸ ਕੰਮ 'ਚੋਂ ਉਹਨਾਂ ਨੂੰ ਪਿੱਛੇ ਲਿਆਉਣ ਲਈ, ਜਾਂ ਜੇ ਉਹਨਾਂ ਨੇ ਗਲਤੀ ਕੀਤੀ ਆ ਤੇ ਉਹਨਾਂ ਨੂੰ ਮੁਆਫ ਕਰਵਾਉਣ ਲਈ, ਅਹਿਸਾਸ ਕਰਵਾਉਣ ਲਈ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ। 4 ਬੰਦੇ ਭੜਕਾ ਕੇ ਪਹਿਲਾਂ ਇਹਨਾਂ ਨੇ ਜਾ ਕੇ ਉੱਥੇ ਕਿਹਾ ਵੀ ਅਸੀਂ ਤਾਂ ਜੀ ਆਪਦਾ ਵੱਖਰਾ ਮੋਰਚਾ ਲਾਵਾਂਗੇ, ਅਸੀਂ ਦਿੱਲੀ ਦਾ ਫੂਕਾ ਪਾਣੀ ਬੰਦ ਕਰ ਦੇਣਾ। ਜੇ ਕਿਸਾਨ ਜੱਥੇ ਦੇ 4 ਬੰਦੇ, ਮੈਂ ਚੌਧਰੀ, ਮੈਂ ਤੁਹਾਡੇ ਘਰ ਵਿਆਹ 'ਚ ਆਇਆ ਅਤੇ ਮੈਨੂੰ ਤੁਹਾਡੇ ਘਰ ਦੇ ਫੈਸਲੇ ਕਰਨ ਦਾ ਕਿੱਥੋਂ ਅਧਿਕਾਰ ਮਿਲ ਗਿਆ? ਕਿਸਾਨ ਜੱਥੇ ਵੀ ਨਹੀਂ ਚਲਾ ਰਹੀਆਂ ਨਾ ਸਟਰਗਲ। 2 ਵਿਅਕਤੀ ਉੱਠ ਕੇ ਆ ਕੇ ਉਹਦਾ ਸਮਝੌਤੇ ਵੀ ਫੈਸਲਾ ਅਸੀਂ ਕਰਾਂਗੇ ਕਿਵੇਂ, ਉਹ ਇਹ 2 ਦਿਨ ਨਹੀਂ ਚੱਲਿਆ ਇਹਨਾਂ ਤੋਂ, ਸਟੇਜ ਨਹੀਂ ਲਾ ਸਕੇ ਅਤੇ ਲੋਕਾਂ ਨੂੰ ਕਹਿੰਦੇ ਤੁਸੀਂ ਉੱਥੇ ਬੰਦ ਕਰ ਦਿਓ। ਫਿਰ ਰਾਜਸਥਾਨ ਦੀ ਬਾਰਡਰ 'ਤੇ ਬੈਠੇ ਸੀ ਲੋਕ, ਉੱਥੇ ਜਾ ਕੇ ਭਾਸ਼ਣ ਦਿੱਤਾ ਵੀ ਤੁਸੀਂ ਇੱਥੇ ਕੀ ਕਰਦੇ ਹੋ, 150 ਕਿਲੋਮੀਟਰ ਪਿੱਛੇ ਬੈਠੇ ਹੋ, ਇੱਧਰ ਤੋਂ ਤੁਸੀਂ ਉੱਥੇ ਬੈਠੇ ਰਹਿੰਦੇ। ਭਾਸ਼ਣ ਦੇ ਕੇ ਬੁਲਾ ਲਏ, ਆਪ ਖੜੇ ਨਹੀਂ, ਕਹਿੰਦੇ ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡ ਕੇ ਮੈਦਾਨ ਭੱਜ ਗਏ। ਉਹ ਪੁਲ ਦੇ ਉੱਤੇ ਫਸੇ ਹੋਏ ਨੇ 15 ਦਿਨ ਦੇ। ਜੇ ਹਿੰਮਤ ਸੀ, ਜਿਹਨੇ ਕਿਹਾ ਸੀ ਵੀ ਚੱਲੋ, ਨਾਲ ਖੜਦਾ, ਉੱਥੋਂ ਛੱਡ ਕੇ ਆ ਗਏ। ਤੁਸੀਂ ਮਾਰੇ ਨਾਲ ਵੀ ਪੋਲੀਟਿਕਸ ਕਰਦੇ ਹੋ। ਹੁਣ ਵੀ ਇਹੀ ਜਿਹੜੇ ਨੌਜਵਾਨ ਉੱਥੇ ਫਸੇ ਨੇ, ਜਿਨ੍ਹਾਂ ਨੇ ਪਹਿਲਾਂ ਉਹਨਾਂ ਨੂੰ ਫਸਾਇਆ, ਪਹਿਲਾਂ ਉਹ ਬਚਾਉਣ। ਜੇ ਕਿਸੇ ਦੇ ਘਰ ਦਾ ਬੱਚਾ ਪਹਿਲਾਂ ਫਸਿਆ ਤਾਂ ਘਰਦਿਆਂ ਵਾਲੇ ਬਚਾਉਂਦੇ ਨੇ ਕਿ ਗੁਆਂਢੀ ਬਚਾਉਂਦੇ ਨੇ? ਮੈਨੂੰ ਕੋਈ ਸਵਾਲ ਦੇਵੇ। ਜਾਂ ਫਿਰ ਘਰ ਦੇ ਹੋਣ ਨਾ, ਇਕੱਲਾ ਹੀ ਬੱਚਾ ਹੋਵੇ, ਘਰ ਦੇ ਮਰ ਗਏ ਹੋਣ, ਜੇ ਘਰ ਦੇ ਜਿੰਦੇ ਨੇ, ਜੇ ਬੱਚੇ ਨੂੰ ਪਹਿਲਾਂ ਉਹ ਬਚਾਉਣਗੇ, ਹਾਂ ਫਿਰ ਦੂਜੇ ਬਚਾਉਣਗੇ। ਦੂਜੀ ਗੱਲ ਇੱਥੇ ਮੈਂ ਇਹ ਵੀ ਕਹਿਣ ਨੂੰ ਤਿਆਰ ਹਾਂ ਵੀ ਕਿਸਾਨ ਜਥੇਬੰਦੀਆਂ ਕੋਲ ਹੋਰ ਵੇਲੇ ਉਹਨਾਂ 'ਤੇ ਆਪਦੇ 'ਤੇ ਕੇਸ ਬਣੇ ਹੋਏ ਨੇ, ਬੱਚਿਆਂ 'ਤੇ ਕੇਸ ਹੀ ਬਣੇ ਨੇ ਨਾ। ਕਰਨਾ ਕੀ ਹੈ? ਉਹ ਆਪਦੇ ਵੀ ਕੇਸ ਬਣੇ ਹੋਏ ਨੇ, ਉਹਨਾਂ 'ਤੇ ਵੀ ਬਣੇ ਹੋਏ ਨੇ, ਉਹਨਾਂ ਨੂੰ ਵੀ ਹੁਕਮ ਕਰੀ ਜਾਂਦੇ ਅਸੀਂ ਅਰੈਸਟ ਕਰ ਲੈਣਾ। ਜਿਹੜੇ ਇਹ ਕਹਿੰਦੇ ਵੀ ਕਿਹੜੇ ਛੱਡਣੇ ਨੇ ਬੰਦੇ, ਫਲਾਣੇ ਨੇ, ਇਹ ਨੇ, ਬਾਹਰ ਮੰਨ ਲਓ ਧਰਨਾ ਮਾਰ ਕੇ ਬਹਿ ਗਏ, ਅਤੇ ਫਿਰ ਅੱਜ ਉਹਨਾਂ ਦੀ ਗੱਲ ਮੰਨ ਕੇ ਜਾ ਕੇ ਕਿਲਾ ਦਿਖਾਉਣ ਲੱਗ ਜਾਣ, ਇਹ ਫਿਰ ਆਪਦਾ ਅੰਦੋਲਨ ਛੱਡ ਦੇਣ ਨਾ। ਇਹਦਾ ਮਤਲਬ ਇਹ ਹੋਇਆ ਵੀ ਤੁਸੀਂ ਸਾਰਾ ਜੋ ਹੋਇਆ ਉਹਨੂੰ ਵੀ ਛੱਡ ਦਿਓ, ਜਿਹੜਾ ਆਪਦਾ ਅੰਦੋਲਨ ਵੀ ਛੱਡ ਦਿਓ। ਉੱਥੇ 200-300 ਬੰਦਾ ਬੈਠਾ ਹੈ, ਉਹਦੇ ਨਾਲ ਜਾ ਕੇ ਫਿਰ ਤੁਸੀਂ ਫਸ ਜਾਓ। ਮੈਂ ਇਹ ਸਵਾਲ ਸਿੰਪਲ ਕਹਿਣਾ ਵੀ ਲੱਖਾਂ ਦਾ ਇਕੱਠ ਇੱਥੇ ਬੈਠਾ, ਜਿਹਨੂੰ ਤੁਸੀਂ ਕਹਿੰਦੇ ਹੋ ਡੀਮੋਰਲਾਈਜ਼ ਹੋਇਆ। ਮੈਂ ਜੇ ਲੀਡਰ ਹਾਂ, ਮੈਂ ਆਪਦੇ ਲੱਖਾਂ ਦੇ ਇਕੱਠ ਨੂੰ, ਜਿਹੜਾ ਮੇਰੇ ਕਰਕੇ ਆਇਆ ਹੋਇਆ, ਜਿਹੜਾ ਮੇਰੇ ਕੰਟਰੋਲ 'ਚ ਵੀ ਹੈ, ਕੀ ਮੈਂ ਉਹਦੇ ਉੱਤੇ ਪਹਿਲਾਂ ਧਿਆਨ ਦੇਵਾਂਗਾ, ਜਾਂ ਮੈਂ 200-400 ਬੰਦਾ ਜਿਹੜਾ ਮੇਰੇ ਤੋਂ ਬੇਵਾਰਾ ਵੀ ਹੋ ਕੇ ਗਿਆ, ਜਾਂ ਗੁੰਮਰਾਹ ਹੋ ਕੇ ਗਿਆ, ਜਾਂ ਗਲਤੀ ਨਾਲ ਗਿਆ, ਮੈਂ ਉਹ 'ਤੇ ਧਿਆਨ ਦੇਵਾਂਗਾ। ਮੈਂ ਇੱਕ ਲਾਸਟ ਗੱਲ ਕਹਿ ਕੇ ਖਤਮ ਕਰਾਂਗਾ। ਮੈਂ ਸਰਜਨ ਹਾਂ, ਮੇਰੇ ਕੋਲ ਐਮਰਜੈਂਸੀ ਰੋਜ਼ ਆਉਂਦੀਆਂ ਸੀ, ਬੱਸ ਭਰੀ ਆ ਗਈ, ਮੈਂ ਦੇਖਣਾ ਐਮਰਜੈਂਸੀ ਪਹਿਲਾਂ ਕਿਹੜੀ ਟੈਕਲ ਕਰਨੀ। ਮੈਨੂੰ ਕੋਰਟਾਂ 'ਚ ਪੁੱਛਿਆ ਗਿਆ, ਮੈਂ ਕਿਹਾ ਮੈਂ 50 ਬੰਦੇ ਐਟ ਏ ਟਾਈਮ ਨਹੀਂ ਕਰ ਸਕਦਾ। ਮੈਂ ਦੇਖਣਾ ਵੀ ਕਿਹੜੀ ਐਮਰਜੈਂਸੀ ਜ਼ਿਆਦਾ ਜ਼ਰੂਰੀ ਹੈ, ਪਹਿਲਾਂ ਉਹਨੂੰ ਟੈਕਲ ਕਰਾਂਗੇ। ਹੋ ਸਕਦਾ ਸਾਡੀ ਜੱਜਮੈਂਟ ਗਲਤ ਹੋਵੇ ਉਹਦੇ 'ਚ,
ਪਰ ਜਜਮੈਂਟ ਤਾਂ ਮੈਨੂੰ ਕਰਨੀ ਪਏਗੀ, ਫੈਸਲਾ ਵੀ ਲੈਣਾ ਪਏਗਾ, ਗਲਤ ਉਹਦੀ ਜ਼ਿੰਮੇਵਾਰੀ ਦਾ। ਸੋ ਅੱਜ ਕਿਸਾਨ ਜਥੇਬੰਦੀਆਂ ਕੀ ਕਰਨਾ, ਕਿਸਾਨ ਜਥੇਬੰਦੀਆਂ ਦਾ ਟੂ ਮਾਈ ਮਾਈਂਡ ਉਹਨਾਂ ਪ੍ਰਤੀ ਕੋਈ ਨੈਗੇਟਿਵ ਨਹੀਂ ਹੈ। ਦੂਜੀ ਗੱਲ, ਉਹਨਾਂ ਨੂੰ ਬਚਾਉਣ 'ਚ ਵੀ ਕੋਈ ਇਤਰਾਜ਼ ਨਹੀਂ, ਪਰ ਬਚਾਉਣ ਦਾ ਜੇ ਟਾਈਮ ਮਿਲੇਗਾ ਤਾਂ ਹੀ ਹੈ ਨਾ। ਅੱਜ ਤਾਂ ਆਪ ਹੀ ਫਸੇ ਹੋਏ ਨੇ। ਅੱਜ ਜੇ ਉਹਨਾਂ 'ਤੇ ਹਮਲੇ ਕਰੇ ਜਾ ਰਹੇ ਨੇ, ਆਲੇ ਦੁਆਲੇ ਦੁਕਾਨਾਂ ਤੋਂ ਹਮਲੇ ਕਰਵਾਏ ਜਾ ਰਹੇ ਨੇ, ਤੁਸੀਂ ਮੈਨੂੰ ਦੱਸ ਦਿਓ ਵੀ ਉਹ ਹਮਲਿਆਂ ਨੂੰ ਅੱਜ ਰੋਕਣ ਦੀ ਲੋੜ ਹੈ ਜੋ ਜਿਹੜਾ ਉੱਥੇ ਬੈਠ ਕੇ ਕਹਿੰਦੇ ਵੀ ਆਹ ਕਰੋ ਉਹ ਕਰਨ ਦੀ ਲੋੜ ਹੈ। ਤੁਸੀਂ ਫੈਸਲਾ ਕਰ ਲਓ। ਇਸ ਲਾਸਟ ਵਿੱਚ ਤੇ ਅਸੀਂ 26 ਜਨਵਰੀ ਦੀ ਗੱਲ ਕਰਕੇ ਤੇ ਇਸ ਤੋਂ ਬਾਅਦ ਅਸੀਂ ਸਾਰੇ ਪੰਜਾਬੀਆਂ ਨੂੰ, ਸਾਰੇ ਖਾਸ ਕਰਕੇ ਸਿੱਖ ਸੰਸਥਾਵਾਂ ਨੂੰ, ਦਿੱਲੀ ਦੀਆਂ ਨੂੰ, ਪੰਜਾਬ ਦੀਆਂ ਨੂੰ, ਹਰਿਆਣੇ ਦੀਆਂ ਨੂੰ ਇਹ ਬੇਨਤੀ ਕਰਦੇ ਹਾਂ ਕਿ ਕਿਸਾਨ ਸੰਘਰਸ਼ ਦਾ ਪਹਿਲਾ ਵਾਂਗ ਵੱਧ ਚੜ੍ਹ ਕੇ ਸਹਿਯੋਗ ਕੀਤਾ ਜਾਵੇ, ਉਹਨਾਂ ਨੂੰ ਹਰ ਕਿਸਮ ਦੀ ਮਦਦ ਕੀਤੀ ਜਾਵੇ। ਤੇ ਜਿਹੜਾ ਇੱਕ ਫੇਸ ਟੈਂਪਰੇਰੀ ਆਇਆ ਸੀ, ਇਹਦੇ ਸੈਟਬੈਕ ਲੱਗੀ ਹੈ, ਇਹਨੂੰ ਕਵਰ ਕੀਤਾ ਜਾਏਗਾ। ਤੇ ਅਸੀਂ ਦਿਨ ਰਾਤ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਇਹਦਾ ਜਿਹੜਾ ਇਹਨੂੰ ਕਾਮਯਾਬ ਕਰਨ ਵਿੱਚ ਇਹਦਾ ਸਾਥ ਦੇਣਾ ਚਾਹੀਦਾ। ਤੁਸੀਂ ਸਾਰੇ ਪ੍ਰੈਸ ਵਾਲੇ ਵੀਰ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੀ ਜਿਹੜੀ ਸਟੇਟਮੈਂਟ ਜਿਹੜੀ ਗੱਲ ਭਾਜੀ ਨੇ ਕੀਤੀ ਹੈ, ਉਸ ਗੱਲ ਨੂੰ ਅੱਗੇ ਲਿਜਾਂਦਿਆਂ ਹੋਇਆਂ ਮੁੱਖ ਦੀ ਗੱਲ ਹੈਗੀ ਕਿ ਬਈ ਇਹ ਜਿਹੜਾ ਉੱਥੇ ਹਾਦਸਾ ਹੋਇਆ, ਇਹਨੇ ਨਾ ਸਾਨੂੰ ਜਿਹੜਾ ਖਦਸ਼ਾ ਸੀਗਾ ਕਿ ਸਰਕਾਰ ਚਾਹੁੰਦੀ ਸੀਗੀ ਕਿ ਵੀ ਇਹ ਇੱਕ ਸਿਰਫ ਪੰਜਾਬ ਦਾ ਮਸਲਾ, ਤੇ ਪੰਜਾਬ ਦਾ ਮਸਲਾ ਨਹੀਂ ਬਤੌਰ ਇੱਕ ਸਿਰਫ ਸਿੱਖ ਮਸਲਾ ਬਣ ਕੇ ਰਹਿ ਜਾਵੇ। ਜਦ ਕਿ ਕਿਸਾਨੀ ਜਿਹੜੀ ਹੈਗੀ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਵੀ ਕਿਸਾਨ ਸਾਰੇ ਦੇਸ਼ ਦੇ ਵਿੱਚ ਵਸਦਾ ਹੈ। ਸੋ ਇਹ ਸਾਰਾ ਇੱਕ ਪੈਨ ਇੰਡੀਆ ਦਾ ਜਿਹੜਾ ਮੂਵਮੈਂਟ ਜਿਹੜੀ ਬਣਨੀ ਚਾਹੀਦੀ ਹੈ ਤੇ ਜਿਹੜੀ ਬਣ ਰਹੀ ਹੈ ਰੱਬ ਦੀ ਮਿਹਰ ਨਾਲ, ਉਹਨੂੰ ਇੱਕ ਠੇਸ ਪਹੁੰਚਿਆ। ਕਿਉਂਕਿ ਸਿਰਫ ਠੀਕ ਹੈ ਸਿੱਖ ਲਤਾੜਿਆਂ ਦੀ ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਜ਼ਰੂਰ ਉਹਨਾਂ ਦੀ ਮਦਦ ਵਿੱਚ ਖੜਦਾ ਹੈ, ਪਰ ਜੋ ਉੱਥੇ ਹੋਇਆ ਉਹ ਇਸ ਲਈ ਨਿਖੇਧਣਯੋਗ ਹੈ ਕਿਉਂਕਿ ਉਹਨੇ ਨਾ ਸਿਰਫ ਇੱਕ ਸਿੱਖ ਭਾਵਨਾਵਾਂ ਨੂੰ ਹੀ ਅੱਗੇ ਵਧਾ ਕੇ ਜਿਹੜੀ ਦੁਨੀਆ ਦੇ ਵਿੱਚ ਗੱਲ ਗਈ ਹੈ। ਸੋ ਸਾਨੂੰ ਇਹ ਹੋਣਾ ਚਾਹੀਦਾ ਕਿ ਵੀ ਅਸੀਂ ਹਮੇਸ਼ਾ ਇਸ ਚੀਜ਼ ਤੋਂ ਮਾਰ ਖਾਧੀ ਹੈ, ਭਾਵੇਂ ਪੰਜਾਬ ਦੇ ਕੋਈ ਮਸਲੇ ਹੋਣ ਉਹਨਾਂ ਨੂੰ ਵੀ ਅਸੀਂ ਸਿੱਖ ਮਸਲੇ ਬਣ ਕੇ ਹੀ ਅਸੀਂ ਅੱਗੇ ਪੇਸ਼ ਕਰਦੇ ਰਹੇ ਹਾਂ। ਭਾਵੇਂ ਪਾਣੀਆਂ ਦਾ ਮਸਲਾ ਹੋਇਆ ਪੰਜਾਬ ਦਾ, ਸਿਰਫ ਸਿੱਖਾਂ ਨੇ ਉਹਦੇ ਉੱਤੇ ਆਪਣਾ, ਸੋ ਵਾਈ ਇਜ਼ ਦੈਟ। ਸਾਨੂੰ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਰਣਜੀਤ ਸਿੰਘ ਦੇ ਵੇਲੇ ਸਰਕਾਰ ਖਾਲਸਾ ਸੀਗੀ, ਇਟ ਵਾਜ਼ ਨਾਟ ਮਹਾਰਾਜਾ ਰਣਜੀਤ ਸਿੰਘ, ਇਹ ਕਾਮਨਵੈਲਥ ਵਾਲੀ ਗੱਲ ਸੀਗੀ। ਸਾਰੇ ਬੰਦੇ ਇਕੱਠੇ ਹੋ ਕੇ ਪੰਜਾਬੀਆਂ ਦਾ, ਉਸ ਟਾਈਮ ਅਗਰ ਪੰਜਾਬ ਦੀ ਗੱਲ ਲਈਏ, ਉਹ ਸਮੁੱਚੇ ਪੰਜਾਬੀਆਂ ਦਾ ਇੱਕ ਰਾਜ ਸੀਗਾ। ਸਿਮਿਲਰਲੀ ਆਹ ਵੀ ਜਿਹੜਾ ਮੋਰਚਾ ਹੈ ਇਹ ਸਮੁੱਚੇ ਭਾਰਤ ਦੇ ਕਿਸਾਨਾਂ ਦਾ ਮੋਰਚਾ ਹੈ। ਤੇ ਇਹ ਜਿਹੜਾ ਕੰਮ ਹੋਇਆ 26 ਤਰੀਕ ਨੂੰ, ਇਹ ਤਾਂ ਹੀ ਇਹ ਨਿਖੇਧਣਯੋਗ ਹੈ ਕਿਉਂਕਿ ਇਹਦੇ ਵਿੱਚ ਇੱਕ ਸਿਰਫ ਤੇ ਸਿਰਫ ਇੱਕ ਫਿਰਕੇ ਨੂੰ ਅੱਗੇ ਤੋੜ ਕੇ ਤੇ ਜਿਹੜਾ ਉਹ ਨੈਰੇਟਿਵ ਸਰਕਾਰ ਖਿੱਚਣਾ ਚਾਹੁੰਦੀ ਸੀਗੀ ਕਿ ਇਹ ਵੀ ਸਿਰਫ ਇਹ ਤੇ ਜੀ ਸਿਰਫ ਪੰਜਾਬੀਆਂ ਦਾ ਹੈਗਾ, ਪੰਜਾਬ ਦੇ ਸਿੱਖਾਂ ਦਾ ਅਤੇ ਪੰਜਾਬ ਦਾ ਹੈਗਾ ਜੀ, ਸਿੱਖਾਂ ਦਾ ਹੈਗਾ, ਫਿਰ ਉਹ ਆ ਗਏ ਜੀ ਨਾਰਥ ਇੰਡੀਆ ਦਾ ਹੈਗਾ। ਸੋ ਉਸ ਨੈਰੇਟਿਵ ਨੂੰ ਸਾਨੂੰ ਤੋੜਨਾ ਚਾਹੀਦਾ ਹੈ ਤੇ ਆਹ ਜਿਹੜਾ ਸੱਚਾ ਸੁੱਚਾ ਜਿਹੜਾ ਮੋਰਚਾ ਹੈ ਇਹਨੂੰ ਵਧਾਉਣ ਦੇ ਵਿੱਚ ਸਾਨੂੰ ਸ਼ਮੂਲੀਅਤ ਦੇਣੀ ਚਾਹੀਦੀ ਹੈ। ਬਾਕੀ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਤੇ ਮੈਨੂੰ ਪੂਰੀ ਆਸ਼ਾ ਹੈ ਕਿ ਵੀ ਇਹ ਜਿਹੜਾ ਮੋਰਚਾ ਹੈ ਇਹਦੇ ਵਿੱਚ ਕੋਈ ਘਾਟਾ ਨਹੀਂ ਪਿਆ। ਲੋਕ ਜਿਹੜਾ ਮਾੜਾ ਮੋਟਾ ਹੋਇਆ ਸੀਗਾ ਇਹ ਤੋਂ ਵੀ ਹੁੰਦੀਆਂ ਰਹਿੰਦੀਆਂ ਨੇ ਇਹੋ ਜਿਹੇ ਸੰਘਰਸ਼ਾਂ ਦੇ ਵਿੱਚ ਕਦੀ ਕਦੀ ਉਤਾਰ ਚੜਾਵ, ਬਟ ਇਹ ਤੋਂ ਵੀ ਇਹ ਮੋਰਚਾ ਮੈਂ ਕਿਹਾ ਮਜ਼ਬੂਤ ਤੌਰ ਤੇ ਇਹ ਅੱਗੇ ਤੁਰੇਗਾ। ਹਾਂ, ਇੱਕ ਹੋਰ ਗੱਲ ਮੈਂ ਜਾਂਦਿਆਂ ਕਹਿ ਜਾਵਾਂ, ਇਹਨੇ ਇਹ ਵੀ ਚੀਜ਼ ਸਾਬਿਤ ਕਰਤੀ ਕਿ ਵੀ ਮੋਰਚਾ ਠੀਕ ਹੈ, ਅਸੀਂ ਸਮਝਦੇ ਹਾਂ ਕਿ ਵੀ 40 ਜਥੇਬੰਦੀਆਂ ਦੇ ਉੱਥੇ ਸੰਯੁਕਤ ਕਿਸਾਨ ਮੋਰਚਾ ਬਣਿਆ ਹੈ, ਬਟ ਇਵੈਂਚੁਅਲੀ ਹੋਣਾ ਚਾਹੀਦਾ ਹੈ ਕਿ ਵੀ ਇੱਕ ਲੀਡਰ ਹੋਣਾ ਜ਼ਰੂਰ ਚਾਹੀਦਾ ਹੈ ਤਾਂ ਕਿ ਉਹ ਜਿਹੜਾ ਬੰਦਾ ਹੈ, ਕਿਉਂਕਿ ਨਹੀਂ ਤਾਂ ਹਰ ਇੱਕ ਬੰਦਾ ਫਿਰ ਆਪਣੀ ਆਪਣੀ ਚਲਾਉਂਦਾ ਹੈ ਤੇ ਉਹਦੇ ਵਿੱਚ ਕਦੀ ਕਦਾਈ ਜਿਹਨੂੰ ਕਹਿੰਦੇ ਨੇ ਗੈਪਸ ਰਹਿ ਜਾਂਦੀਆਂ ਨੇ, ਲੋਕਾਂ ਦੇ ਮਨਾਂ 'ਚ ਰਹਿ ਜਾਂਦਾ ਹੈ ਕਿ ਵੀ ਸੋ ਦੇ ਮਸਟ ਬੀ ਏਬਲ ਟੂ ਲਿਸਨ ਟੂ, ਜਾਂ ਤੇ ਇੱਕ ਇਹਨਾਂ ਦੀ ਆਪਸੀ ਜਿਹੜੀ ਇਹਨਾਂ ਦੀ ਕੋਰ ਕਮੇਟੀ ਬਣੀ ਹੈ, ਸੋ ਉਹ ਲੀਡਰਸ਼ਿਪ ਨੂੰ ਆਪਣੇ ਆਪ ਨੂੰ ਤਿਆਰ ਤੇ ਤਗੜਾ ਕਰਨਾ ਚਾਹੀਦਾ ਹੈ ਤੇ ਤਾਂ ਕਿ ਸਾਰੇ ਬੰਦੇ ਜਿਹੜੇ ਨੇ ਸਿਰਫ ਤੇ ਸਿਰਫ ਉਹਨਾਂ ਦੀ ਗੱਲ ਸੁਣਨ। ਇੰਨਾ ਕਹਿੰਦੇ ਹੋਇਆ ਸ਼ਮਾ ਦਾ ਜਾਚਕਾਂ ਜੀ।